ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਏਕੰਕਾਰ ਸਤਿਗੁਰੂ ਤਿਨ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਤੁਮ ਕਰੁਣਾ ਤੇ ਬਿਖੇ ਸਥਾਨਾ ਨਤ ਹਮਸੇ ਜੰਤਨ ਕਿਰ ਜਾਨਾ। ਇਸ ਪ੍ਰਕਾਰ ਬੋਲਤ ਬਿਗਸਾਏ ਤਤ ਛਿਨ ਜੰਮੂਪੁਰ ਮਹਿ ਆਏ। ਤੁਮ ਕਰੁਣਾ ਤੇ ਲਿਖੇ ਸਥਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਿਵਾਜ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮਾਂ ਦੇ ਸੰਧਿਆ ਦੇ ਵੇਲੇ ਦੇ ਦੀਵਾਨ ਸਜੇ ਹਨ। ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸੋ ਆਓ ਗੁਰੂ ਕੇ ਸਿੱਖੋ, ਜਿਤਨੇ ਵੀ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਤੇ ਸ਼ਰਧਾ ਰੱਖਦੇ ਹੈ, ਸੋ ਆਓ ਬੜੇ ਪ੍ਰੇਮ ਨਾਲ ਸਤਿਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤਮਈ ਇਤਿਹਾਸ ਸ਼੍ਰਵਣ ਕਰਕੇ ਲਾਭ ਪ੍ਰਾਪਤ ਕਰੀਏ। ਆਪ ਦੇ ਜੀਵਨ ਦੇ ਸਵਾਸਾਂ ਨੂੰ ਸਫਲਿਆਂ ਕਰੀਏ। ਜਿਵੇਂ ਪਿਛਲੇ ਦੀਵਾਨਾਂ ਅੰਦਰ ਆਪਾਂ ਸੁਣਿਆ ਹੈ ਕਿ ਦੀਨ ਦੁਨੀਆ ਦੇ ਵਾਲੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਰੂਸ ਨੂੰ ਗਏ ਹੈ, ਰਸ਼ੀਆ ਦਾ ਜਿਸ ਵੇਲੇ ਰਤਨ ਕੀਤਾ ਹੈ, ਉੱਥੋਂ ਦੇ ਰਾਜੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਧਾਰਮਿਕ ਗ੍ਰੰਥਾਂ ਵਿੱਚ ਇਹ ਗੱਲ ਮਿਲਦੀ ਹੈ
ਕਿ ਮਨੁੱਖ ਨੂੰ ਜੋ ਕਿ ਘਰ-ਬਾਰ ਛੱਡ ਕੇ ਹੀ ਮੁਕਤੀ ਮਿਲ ਸਕਦੀ ਹੈ। ਔਰ ਆਪ ਜੀ ਦੇ ਜੋ ਭਾਰਤ ਖੰਡ ਵਿੱਚ ਵੀ ਜਿਤਨੇ ਰਿਸ਼ੀ ਮੁਨੀ ਹੋਏ ਹੈ, ਉਹਨਾਂ ਦੇ ਵੀ ਗ੍ਰੰਥ ਜੇ ਪੜ੍ਹੀਏ, ਉਹਨਾਂ ਨੇ ਵੀ 4 ਤਰ੍ਹਾਂ ਦਾ ਮਨੁੱਖ ਦਾ ਜੀਵਨ ਬਿਆਨ ਕੀਤਾ ਹੈ ਕਿ ਇੱਕ 25 ਸਾਲ ਤੱਕ ਮਨੁੱਖ ਸੰਸਾਰ ਵਿੱਚ ਵਿੱਦਿਆ ਪੜ੍ਹੇ, ਉਸ ਤੋਂ ਬਾਅਦ 50 ਸਾਲ ਤੱਕ ਆਪ ਦੇ ਗ੍ਰਸਥ ਘਰ ਵਿੱਚ ਰਹਿ ਕੇ ਕਿਰਤ ਕਮਾਵੇ ਖਾਵੇ, ਇਹ ਕੁਛ ਕਰੇ। ਉਸ ਤੋਂ ਬਾਅਦ 75 ਸਾਲ ਤੱਕ ਵਾਨਪ੍ਰਸਤੀ ਹੋ ਜਾਏ, ਘਰ ਛੱਡ ਦੇ ਫਿਰ ਆ ਗਏ ਇਸ ਤਰ੍ਹਾਂ, ਅਤੇ ਫਿਰ 75 ਤੋਂ ਬਾਅਦ ਸਾਰੀ ਆਰਜਾ ਸੋ ਸੰਨਿਆਸੀ ਹੋ ਜਾਏ। ਮਹਾਰਾਜ ਤੁਸੀਂ ਦੱਸੋ ਖਾਂ ਕਿਹੜਾ ਮਾਰਗ ਸ੍ਰੇਸ਼ਟ ਹੈ? ਆਪ ਜੀ ਸਰਬੱਤ ਹੋ, ਆਪ ਜੀ ਦੀ ਕਿਰਪਾ ਸਦਕਾ ਹੀ ਮੇਰੇ ਸੰਸ਼ੇ ਦੂਰ ਹੋ ਸਕਦੇ ਹੈ। ਦੱਸੋ ਭਲਾ ਮਨੁੱਖ ਦੀ ਕਲਿਆਣ ਕਿਵੇਂ ਹੋ ਸਕਦੀ ਹੈ? ਸਤਿਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਦੇ ਘਰ ਦਇਆ ਵਿੱਚ ਆਏ, ਕਹਿਣ ਲੱਗੇ ਰਾਜਨ, ਜੇਕਰ ਤੇਰੇ ਤਾਈਂ ਦੱਸੀਏ ਤਾਂ ਸਭ ਤੋਂ ਸ੍ਰੇਸ਼ਟ ਗ੍ਰਸਥ ਆਸ਼ਰਮ ਹੈ, ਕਿਉਂਕਿ ਸਾਰੇ ਧਰਮ ਜਿਤਨਾ ਪਸਾਰਾ ਹੋਇਆ ਹੈ ਸ੍ਰਿਸ਼ਟੀ ਦਾ, ਇਹ ਸਾਰੇ ਗ੍ਰਸਥ ਆਸ਼ਰਮ ਵਿੱਚੋਂ ਹੀ ਨਿਕਲੇ ਹੈ। ਇਸ ਗੱਲ ਨੂੰ ਤੂੰ ਖਿਆਲ ਕਰ, ਜੇਕਰ ਕੋਈ ਸਾਧੂ ਹੈ, ਸੰਤ ਹੈ, ਕੋਈ ਵਿਦਵਾਨ ਹੈ, ਕੋਈ ਵੈਦ ਹੈ ਜਾਂ ਕੋਈ ਵੀ ਹੋਵੇ, ਉਹਨਾਂ ਦੀ ਮੁੱਢ ਤੇ ਮਾਂ ਪਿਓ ਹੀ ਹੈ ਨਾ, ਉਹਨਾਂ ਨੂੰ ਜਨਮ ਦੇਣ ਵਾਲੇ ਤੇ ਮਾਤਾ ਪਿਤਾ ਹੀ ਹੈ ਨਾ। ਇਸ ਵਾਸਤੇ ਸਭਨਾਂ ਨਾਲੋਂ ਸ੍ਰੇਸ਼ਟ ਆਸ਼ਰਮ ਗ੍ਰਸਥ ਆਸ਼ਰਮ ਹੈ। ਫਿਰ ਤੇਰੇ ਤਾਂ ਹੀ ਦੱਸਦੇ ਹਾਂ ਹੋਰ ਵੀ ਉਦਾਹਰਨਾਂ ਕਿ ਜਿਵੇਂ ਵੇਲ ਨਾਲ ਲੱਗਾ ਹੋਇਆ ਖਰਬੂਜਾ ਮਿੱਠਾ ਹੋ ਜਾਂਦਾ ਹੈ ਪੱਕ ਕੇ, ਪਰ ਜੇਕਰ ਕੋਈ ਉਹਦੀ ਟਾਹਣੀ ਨਾਲੋਂ, ਉਸ ਵੇਲ ਨਾਲੋਂ ਸ਼ਾਖਾ ਨੂੰ ਦੂਰ ਕਰਕੇ ਸੋਚੇ ਮੈਂ ਤੋੜ ਕੇ ਪਕਾਵਾਂ, ਨਾ ਕਿ ਉਹਨੇ ਮਿੱਠਾ ਰਹਿਣਾ ਹੈ, ਨਾ ਫਿਰ ਉਹਦੇ ਵਿੱਚ ਕੋਈ ਰਸ ਰਹੇਗਾ, ਸਗੋਂ ਡੱਬ ਖਰਬਾ ਹੋ ਜਾਏਗਾ। ਹੋਰ ਕਈ ਉਦਾਹਰਨਾਂ ਦਿੱਤੀਆਂ ਨੇ। ਗ੍ਰਸਤੀ ਦਾ ਧਰਮ ਕੀ ਹੈ? ਦਾਨ ਕਰਨਾ ਅਤੇ ਪਾਠ ਪੂਜਾ ਕਰਨੀ ਅਤੇ ਸਿਮਰਨ ਭਜਨ ਕਰਕੇ ਆਪਦੇ ਜੀਵਾਂ ਦਾ ਸਭਨਾਂ ਨੂੰ ਇਹ ਸ੍ਰੇਸ਼ਟ ਸਿੱਖਿਆ ਦੇਣੀ। ਗ੍ਰਸਤੀ ਦਾ ਧਰਮ ਇਹ ਹੈ ਕਿ ਆਪ ਦੇ ਦਸਵੰਧ ਨੂੰ ਆਪ ਦੇ ਧਾਰਮਿਕ ਰਹਿਬਰਾਂ ਦੇ, ਇਸ਼ਟਾਂ ਦੇ ਅੱਗੇ ਅਰਪਣ ਕਰੇ, ਸੰਤ ਜਨਾਂ ਦੀ ਸੇਵਾ ਕਰੇ, ਪ੍ਰਭੂ ਪਿਆਰਿਆਂ ਦੀ, ਗੁਰਸਿੱਖਾਂ ਦੀ। ਇਸ ਵਾਸਤੇ ਜਿਹੜਾ ਗ੍ਰਸਤੀ ਦਾ ਧਰਮ ਹੈ ਤਾਂ ਹੀ ਲਾਹੇਵੰਦ ਹੈ, ਨਹੀਂ ਤਾਂ ਗ੍ਰਸਤੀ ਵੀ ਉਹਨਾਂ ਵਰਗਾ ਹੋਵੇਗਾ ਜਿਹੜੇ ਮੰਗ ਫਿਰਦੇ ਹੈ, ਉਹਨਾਂ ਵਿੱਚ ਇਹਦੇ ਵਿੱਚ ਕੋਈ ਫਰਕ ਨਹੀਂ ਰਹੇਗਾ ਜੇਕਰ ਕੋਈ ਧਰਮ ਦੀ ਗੱਲ ਨਹੀਂ ਹੈ। ਤਾਂ ਕਰਕੇ ਸਤਿਗੁਰੂ ਜੀ ਨੇ ਉਸਨੂੰ ਇਹ ਸ੍ਰੇਸ਼ਟ ਉਪਦੇਸ਼ ਦੇ ਕੇ ਨਿਹਾਲ ਕੀਤਾ। ਫਿਰ ਉਹਨੇ ਸਤਿਗੁਰ ਦੀ ਆਗਿਆ ਮੰਨ ਕੇ ਸੱਚੇ ਨਾਮ ਨੂੰ ਧਾਰਨ ਕੀਤਾ ਅਤੇ ਆਪ ਦੇ ਨਗਰ ਧਰਮਸਾਲ ਬਣਾਈ, ਜਿੱਥੇ ਰੋਜ਼ ਸਵੇਰੇ ਸ਼ਾਮ ਪ੍ਰਭੂ ਕੀਰਤੀ ਹੋਣ ਲੱਗੀ। ਹੁਣ ਸਤਿਗੁਰੂ ਮਹਾਰਾਜ ਇੱਥੇ ਭਾਰਤ ਖੰਡ ਵਿੱਚ ਫਿਰ ਮੁੜ ਵਾਪਸ ਆ ਰਹੇ ਨੇ, ਜਿੱਥੋਂ ਚੱਲੇ ਸੀ ਇੱਧਰ ਨੂੰ ਆ ਰਹੇ ਨੇ ਹੁਣ ਕਸ਼ਮੀਰ ਵੱਲ ਨੂੰ। ਉਹ ਵਾਰਤਾ ਸੁਣੋ ਜਿਵੇਂ ਆਉਂਦੀ ਹੈ ਵਾਰਤਾ ਸਾਰੀ। ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਬਿਆਨ ਕੀਤੀ ਹੈ, ਕਲਮਬੰਦ ਲਿਖਿਆ ਹੈ, ਆਓ ਬੜੇ ਪ੍ਰੇਮ ਨਾਲ ਸ਼ਰਵਣ ਕਰਨ ਦਾ ਯਤਨ ਕਰੀਏ। ਇੱਕ ਦਫਾ ਸਾਰੇ ਮਿਲ ਕੇ ਆਖੀਏ, ਰਸਨਾ ਪਵਿੱਤਰ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਕਰੁਣਾ ਤੇ ਪਿਠੇ ਸਥਾਨਾ। ਸਤਿਗੁਰੂ ਨਾਨਕ ਦੇਵ ਜੀ ਨੂੰ ਮਰਦਾਨੇ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੁਆਰਾ ਹੀ ਅਸੀਂ ਸਾਰੇ ਅਸਥਾਨ, ਸਾਰੇ ਦੇਸ਼ਾਂ ਦਾ ਰਟਣ ਕਰ ਰਹੇ ਹਾਂ। ਜੇ ਤੁਸੀਂ ਨਾ ਹੁੰਦੇ ਤੇ ਮੈਂ ਭਲਾ ਇੰਨੀ ਦੁਨੀਆ ਕਿਵੇਂ ਵੇਖ ਲੈਣੀ ਸੀ।
ਇਹ ਤੁਹਾਡੀ ਕਿਰਪਾ ਨਾਲ ਹੀ ਮੈਂ ਸਾਰਾ ਕੁਛ ਦੇਖਦਾ ਪਿਆ ਹਾਂ। ਨਤ ਹਮ ਸੋ ਜਨਤਨ ਕਿਹ ਜਾਨਾ, ਨਹੀਂ ਤਾਂ ਸੱਚੇ ਪਾਤਸ਼ਾਹ ਅਸੀਂ ਗਰੀਬਾਂ ਨੇ, ਨਿਮਾਣਿਆਂ ਨਿਤਾਣਿਆਂ ਨੇ ਕੀ ਦੇਖ ਲੈਣਾ ਸੀ। ਸਾਡੀ ਤੇ ਕੋਈ ਬਾਤ ਵੀ ਨਹੀਂ ਸੀ ਪੁੱਛਣੀ। ਹਮ ਰੋਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਸੀ ਗਰੀਬ ਨਿਤਾਣੇ ਜੇ, ਨਿਮਾਨੜੇ ਜੇ ਸੱਚੇ ਪਾਤਸ਼ਾਹ ਸਾਨੂੰ ਕਿਹਨੇ ਪੁੱਛਣਾ ਸੀ। ਤੁਸੀਂ ਸਾਨੂੰ ਮਰਾਸੀਆਂ ਨੂੰ ਮਹਾਰਾਜ ਗਲੇ ਲਾਇਆ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਕਰਕੇ ਸਾਰਾ ਕੁਛ ਦੇਖਦੇ ਪਏ ਹਾਂ। ਜਿੱਧਰ ਆਪ ਦੀ ਰਜਾ ਮੈਨੂੰ ਉਧਰ ਲੈ ਜਾਵੋ। ਇਸ ਪ੍ਰਕਾਰ ਬੋਲਤ ਬਿਗਸਾਏ। ਇਸ ਤਰ੍ਹਾਂ ਸਤਿਗੁਰੂ ਅੱਗੇ ਬੇਨਤੀ ਕੀਤੀ ਹੈ ਮਰਦਾਨੇ ਨੇ, ਤੇ ਚਿੱਤ ਵਿੱਚ ਹੁਲਾਸ ਆ ਰਿਹਾ, ਖੁਸ਼ ਹੋ ਰਿਹਾ ਮਰਦਾਨਾ ਵਿੱਚ ਹੀ ਵਿੱਚ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿੰਨੇ ਪ੍ਰਸੰਨ ਹੈ, ਮੇਰੇ ਤੇ ਕਿੰਨੀ ਕਿਰਪਾ ਕਰਦੇ। ਦਕਸ਼ਿਣ ਜੰਮੂਪੁਰ ਮਹਿ ਆਏ। ਛੇਤੀ ਦੇ ਨਾਲ ਫਿਰ ਸਤਿਗੁਰੂ ਮਹਾਰਾਜ ਜੀ ਇਹ ਜੰਮੂ ਕਸ਼ਮੀਰ ਵੱਲ ਆ ਗਏ ਨੇ। ਇੱਧਰ ਜਾਣ ਦਾ ਕਾਰਨ ਵੀ ਦੱਸਣਗੇ ਅੱਗੇ। ਇਕ ਰਮਣੀਕ ਥਾਨ ਤਹਿ ਏਕੋ। ਇੱਥੇ ਇੱਕ ਰਮਣੀਕ ਜਿਹੀ ਜਗ੍ਹਾ ਦੇਖ ਕੇ, ਜਿੱਥੇ ਕਿ ਬੜੀ ਖੁਸ਼ਹਾਲੀ ਹੈ, ਹਰਿਆਲੀ ਦੇਖ ਕੇ, ਜਿੱਥੇ ਚਾਰ ਚੁਫੇਰੇ ਫੁੱਲ ਖਿਲ ਰਹੇ ਨੇ, ਚਾਰ ਚੁਫੇਰੇ ਬਾਗ ਲੱਗੇ ਹੋਏ ਨੇ, ਇਹੋ ਜਿਹੀ ਜਗ੍ਹਾ ਦੇਖ ਕੇ ਸਤਿਗੁਰੂ ਮਹਾਰਾਜ ਜੀ ਉੱਥੇ ਬੈਠ ਗਏ। ਤਬ ਜਲਦ ਵੇਖੋ। ਸਤਿਗੁਰੂ ਜਿਹੜੇ ਗਿਆਨ ਦੇ ਸਮੁੰਦਰ ਸਾਗਰ ਦੀ ਨਿਆਈ ਹੈ, ਜਿਨ੍ਹਾਂ ਕੋਲ ਤਮਾਮ ਦੁਨੀਆ ਦਾ ਫਿਰ ਇਤਿਆਦੀ ਬ੍ਰਹਮ ਗਿਆਨ ਦੇ ਜੋ ਸੱਚੇ ਪਾਤਸ਼ਾਹ ਮਾਲਕ ਨੇ, ਜੋ ਬ੍ਰਹਮ ਗਿਆਨੀ ਸਤਿਗੁਰੂ ਹੈ, ਉਹ ਉਸ ਜਗ੍ਹਾ 'ਤੇ ਬੈਠ ਗਏ। ਸ਼੍ਰੀ ਅੰਗਦ ਸੁਨ ਕਥਾ ਮਹਾਨੀ। ਇਹ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਸਾਰੀ ਗਾਥਾ। ਖਡੂਰ ਸਾਹਿਬ ਵਿਖੇ ਜਿੱਥੇ ਭਾਰੀ ਸੰਗਤ ਦੀ ਤਾਦਾਦ ਬੈਠੀ ਹੈ, ਇਹ ਸਾਰਾ ਇਤਿਹਾਸ ਭਾਈ ਬਾਲਾ ਜੀ ਸੁਣਾਉਂਦੇ ਪਏ ਹੈ। ਸੰਗਤਾਂ ਮਸਤ ਹੋ ਕੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਦੀਆਂ ਪਈਆਂ ਨੇ। ਭਾਈ ਬਾਲਾ ਕਹਿੰਦਾ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀਓ, ਅਗਲੀ ਵਾਰਤਾ ਸੁਣੋ। ਮੁਝ ਸੋ ਬੋਲੇ ਭੇ ਅਸਬਾਨੀ। ਸਤਿਗੁਰੂ ਨਾਨਕ ਦੇਵ ਮੇਰੇ ਤਾਂ ਹੀ ਕਹਿਣ ਲੱਗੇ, ਜਾਮਵੰਤ ਭਾਲਕ ਜੋ ਭਾਈ। ਇੱਕ ਜਾਮਵੰਤ ਹੋਇਆ ਹੈ ਜੋ ਭਾਲੂ ਦੀ ਜੋਨ ਵਿੱਚ ਸੀ, ਪਰ ਸ੍ਰੇਸ਼ਟ ਪੁਰਸ਼ਾਂ ਦੇ ਸੰਗ ਕਰਕੇ ਇਹ ਜਾਮਵੰਤ ਇਹਨੂੰ ਗਿਆਨ ਹੋ ਗਿਆ। ਵੈਸੇ ਤੇ ਭਾਲੂ ਦੀ ਆਰਯਾ ਤਕਰੀਬਨ 40 ਤੋਂ 50 ਸਾਲ ਤੱਕ ਹੁੰਦੀ ਹੈ, ਪਰ ਸ੍ਰੇਸ਼ਟ ਪੁਰਸ਼ਾਂ ਦਾ ਸੰਗ ਕਰਕੇ ਇਹ ਜਾਮਵੰਤ ਨਾਮ ਦਾ ਭਾਲੂ ਸੀ, ਜਿਸ ਤੋਂ ਕਿ ਇਹ ਜੰਮੂ ਨਗਰੀ ਵਸੀ ਹੈ। ਕਹਿੰਦੇ ਇਹ ਭਾਈ ਬਾਲਿਆ, ਆ ਜੋ ਜਾਮਵੰਤ ਸੀ ਨਾ, ਇੱਕ ਤੁਸੀਂ ਸੁਣੇ ਹੋਏ ਵੀ ਗਾਥਾ, ਇਹ ਤੇਰੇ ਤਾਈਂ ਦੱਸਦੇ ਹਾਂ। ਦੇਖ ਕੇ ਨਾਮ ਸੁਨਕਰ ਉਚਾਰੀ। ਜਾਮਵੰਤ ਨਾਮ ਦੇ ਭਾਲੂ ਤੋਂ ਇਹ ਜੰਮੂ ਜੋ ਨਗਰ ਪ੍ਰਸਿੱਧ ਹੋਇਆ ਹੈ, ਉਹਦੇ ਨਾਮ ਕਰਕੇ ਹੀ, ਉਹਦੇ ਨਾਮ ਤੋਂ ਇਹ ਸ਼ਹਿਰ ਵਸਿਆ। ਵੱਡੀ ਗੁਫਾ ਜਿਸ ਮੈਂ ਤਿਸ ਬਾਸਾ। ਭਾਈ ਬਾਲਾ ਜੀ ਤੇ ਮਰਦਾਨਾ ਜੀ ਪੁੱਛਣ ਲੱਗੇ ਕਿ ਮਹਾਰਾਜ ਉਹ ਕਿੱਥੇ ਰਹਿੰਦਾ ਹੈ, ਜਾਮਵੰਤ ਕਿੱਥੇ ਰਿਹਾ ਸੀ ਭਲਾ। ਤੇ ਸਤਿਗੁਰੂ ਕਹਿਣ ਲੱਗੇ, ਇੱਥੇ ਵੱਡੀ ਗੁਫਾ ਹੈ, ਇਸ ਗੁਫਾ ਵਿੱਚ ਉਹ ਭਾਲੂ ਰਿਹਾ ਕਰਦਾ। ਕਿਰਨ ਕਾਲ ਜੀਵਿਓ ਬਲ ਰਾਸਾ। ਬਹੁਤ ਲੰਬਾ ਸਮਾਂ ਉਹਨੇ ਆਪਦੀ ਆਰਜਾ ਭੋਗੀ ਹੈ, ਕਿਉਂਕਿ ਵਾਹਿਗੁਰੂ ਦੇ ਘਰ ਦਾ ਕੋਈ ਨਿਆਂ ਸਮਝ ਥੋੜ੍ਹੀ ਸਕਦਾ ਹੈ। ਕਿਸੇ ਨੂੰ ਤੇ ਸੱਚੇ ਪਾਤਸ਼ਾਹ 2-2, 250-250 ਸਾਲ ਇਸ ਜੀਵਨ ਵਿੱਚ ਬਖਸ਼ਿਸ਼ ਕਰ ਦਿੰਦੇ ਹੈ। ਕੋਈ ਸਿਰਫ 1-2 ਸਾਲ ਬਤੀਤ ਕਰਕੇ ਕੋਈ ਇੱਕ ਦਿਨ ਦਾ ਹੀ ਮਹਿਮਾਨ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਭਾਲੂ ਸੀ, ਵੈਸੇ ਤੇ ਭਾਲੂ ਦੀ ਜੋਨ ਦੀ ਜੇ ਸਾਲਾਂ ਦੀ ਗਿਣਤੀ ਕਰੀਏ, ਇਹਦੀ ਉਮਰ ਤਕਰੀਬਨ 40-50 ਸਾਲ ਤੱਕ ਜੀ ਸਕਦਾ ਹੈ, ਪਰ ਸਤਿਪੁਰਸ਼ਾਂ ਦਾ, ਮਹਾਨ ਭਗਤ ਜਨਾਂ ਦਾ ਸੰਗ ਹੋਣੇ ਕਰਕੇ ਲੰਮਾ ਸਮਾਂ ਇਹਨੇ ਆਪਦੀ ਆਰਜਾ ਭੋਗੀ। ਦੋਹਰਾ ਜਬ ਸ਼੍ਰੀ ਬਾਮਨ ਜੀ ਭਏ ਬਲ ਛਲਣੇ ਕੇ ਹੇਤ। ਤੁਸੀਂ ਗੁਰਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਦੀ ਬਾਣੀ ਸੁਣੀ ਹੈ ਨਾ,
सतयुग तै माणियो छलियो बल बावन भायो। जिस वेले सतयुग सी भगत प्रहलाद दा, भगत धरूप दा पोतरा सी, जिसका नाम राजा बल सी। यह राजा बल राजा सी ते वड्डा दानी सी। इहदे कोलों जो भी कोई मंगदा सी ना ये दे दिंदा सी। ते चार चफेरे इहदी प्रसिद्धि होई सी कि ये महान दानी है। एक दिन वाहिगुरू सच्चे पातशाह जी ने एक मधरे जे कद का रूप धार के, जिसनों 52 अवतार कहा गया है, जिसके बारे बाणी विच कहा है कि सतयुग तै माणियो छलियो बल बावन भायो। ए वाहिगुरू जी तुसीं सतयुग दे विच 52 रूप हो के बल राजे नूं छलिया सी। जिस वक्त उस गल का जिक्र सतगुरु करते पे ने। कहते जदों 52 अवतार होए है ना वाहिगुरू जी दे, ते राजे बल नूं पुछया सी, राजे मेरे ताईं भी कुछ दान दे। ते राजे ने सोचा यह छोटा जिहा कद, मधरा जिहा कद है, इन्हें भला मेरे कोलों की मंग लेना है। कोल वजीर ने समझाया भी सी कि राजन तेनों पता नहीं, लोग बड़े अजकल चलाक चुस्त ने, कुछ इन दई ना, ये चेहरे मोहरे तो चलाक ही लगता है। पर राजे ने आपकी प्रभुता का धन का अभिमान सी, कहता मंग लो जो कुछ मेरे को मंगना है। तो 52 अवतार ने सिर्फ 2.5 कदम मंगे सी। कहता मैनू 2.5 कदम की जगह दे दे। कहना वह किहड़ी गल है। तो 2.5 कदमां विच उन्हें सारा ही पाताल जो सी ना 2.5 कदमां विच मिल लिया सी उन्हें। तो फिर तो बल राजा बहुत शर्मीला होया, शर्म के सहित हो गया, क्योंकि सारा राज भाग उहदा अधीन हो गया सी। 2.5 कदमां दे विच छलिया गया, फिर ढह के चरनी पै गया सी। सारी प्रजा के लोगों ने आन के नमस्कार की भी ये तो विराट स्वरूप धारण वाले वाहिगुरू आ गए इत्थे, असीं समझ ना सके। कह लगे उदों की गल है, 3 लोक 3 कर्म कर मापे, तीनों लोक पाताल लोक, मात लोक अते स्वर्ग लोक, ये तीनों ही कह लगे आप दे 2.5 कदमां नाल मिल लए। कृपा निकेत चौपई 2100 इन प्रदर्शना दीनी। जदों 52 अवतार ने 2.5 कदमां विच सारा मात लोक, पाताल लोक अते स्वर्ग लोक मिल लिया ना, ते उस वेले जामवंत जिहड़ा भालू की जौन विच सी, इसने इस 52 अवतार के थाई 21 परिक्रमा कीतियां ने। ते 21 परिक्रमा वैराग स्वरूप दियां, वैराग स्वरूप विच यह सारी बनस्पति वाहिगुरू के रोम आ जाते हैं। जिन्नियां नदियां ने यह सारिया उहदियां नाड़ां बयान कीतियां जांदियां ने। ते जिहड़ा सारा आकाश उहदा सिर, ते फिर जितनी पृथ्वी है, जितना पाताल लोक है, उहदे चरण गिने जाते हैं। इतना वड्डा वैराग स्वरूप वाहिगुरू ने धारिया। ते कह लगे ए जो जामवंत सी ना भालू सी, इहदा तेज प्रताप होने करके, क्योंकि इन्हें वाहिगुरू के गुण गाए सी, भावें जौन इहदी भालू दी सी, पर सतपुरुषां दा संग होने करके इहदे विच प्रभुता बल आ गया सी, प्रबल बल सी इहदे कोल। कह लगे इसने 21 प्रदर्शना कीतियां 52 रूप अवतार दियां, एक मुहूर्त मैं कर लीनी। फिर हैरानी वाली गल तां यह कि एक मुहूर्त विच, भाव 2 घड़ियां दे विच सारी इहदी परिक्रमा 21 परिक्रमा इहदियां कर लईआं। महाबली सो बेग बग जा मैं, महाबली सी, बड़ी रफ्तार सी इहदे तन विच। कह लगे ताइयों सारे स्वरूप दियां 21 परिक्रमा करने वाला यह मामूली तो हो नहीं सकता सी, बहुत ये रफ्तार सी, तेज प्रताप सी। इस तो बद कहिए कहो का मैं, सतगुरु कह लगे इन्ना बल किसी भालू विच हो नहीं सकता है, पर वाहिगुरू के गुण गावने करके यह भालू भी बहुत बल वाला हो गया। पुन श्री रामचंद्र जग होए। फिर त्रेते युग विच रामचंद्र जी जदों होए है,
ਉਦੋਂ ਦਾ ਜ਼ਿਕਰ ਕਰਦੇ, ਜਿਨ ਨਿਜ ਭਗਤਨ ਕੇ ਦੁੱਖ ਹੋਏ। ਰਾਮਚੰਦ ਜੀ ਨੇ ਆਪ ਦੇ ਭਗਤਾਂ ਦੇ ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਦੀ ਦੀਖਿਆ ਲਈ, ਉਹਨਾਂ ਦੇ ਸਾਰੇ ਦੁੱਖ ਦੂਰ ਕੀਤੇ। ਉਸ ਵਕਤ ਤਿੰਨ ਕੇ ਸੰਗ ਲੰਕ ਮਹਿ ਗਇਓ। ਜਦੋਂ ਰਾਵਣ ਦਾ ਅਤੇ ਰਾਮਚੰਦ ਜੀ ਦਾ ਯੁੱਧ ਹੋਇਆ ਨਾ, ਇਹ ਜਿਹੜਾ ਭਾਲੂ ਸੀ ਨਾ, ਜਾਮਵੰਤ ਨਾਮ ਦਾ ਭਾਲੂ, ਇਹ ਵੀ ਯੁੱਧ ਵਿੱਚ ਨਾਲ ਆਪ ਦੀ ਸੈਨਾ ਲੈ ਕੇ ਗਿਆ ਸੀ। ਰਾਮਚੰਦ ਜੀ ਵੱਲੋਂ ਲੜਿਆ ਸੀ ਰਾਵਣ ਦੀ ਸੈਨਾ ਨਾਲ। ਕਹਿਣ ਲੱਗੇ ਬਹੁਤ ਨੇ ਤਾਂ ਥੱਲੀ ਮਚਾਈ ਸੀ ਉਸ ਵੇਲੇ। ਅਦਿਕ ਯੁੱਧ ਤਹਿ ਹੋਵਤ ਭਇਓ। ਬੜੇ ਯੁੱਧ ਵਿੱਚ ਇਹਨੇ ਆਪ ਦੇ ਜਬਰ ਦਿਖਾਏ ਹੈ। ਬਹੁਤ ਅੱਗੇ ਹੋ ਕੇ ਲੜਿਆ। ਕਰਿਓ ਪਰਾਕਰਮ ਰਣ ਮਹਿ ਭਾਰੀ। ਇਹਨੇ ਆਪ ਦਾ ਪਰਾਕਰਮ ਬਲ, ਇਹਨੇ ਸਾਰਾ ਬਲ ਲਾ ਕੇ ਰਾਮਚੰਦ ਦੀ ਸੇਵਾ ਵਿੱਚ ਬਹੁਤ ਜ਼ਿਆਦਾ ਇਹਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸ਼੍ਰੀ ਰਾਮਚੰਦਰ ਜੀ ਦੀਆਂ ਅੱਛਾ ਕਰਕੇ ਮਹਾਨ ਖੁਸ਼ੀਆਂ ਦਾ ਪਾਤਰ ਬਣਿਆ। ਹਤੀ ਨਿਸ਼ਾਚਰ ਅਤ ਬਲਕਾਰੀ। ਨਿਸ਼ਾਚਰ ਨਾਮ ਹੈ ਦੈਂਤ। ਜਿਹੜੇ ਦੈਂਤ ਬਿਰਤੀ ਵਾਲੇ ਸੀ ਰਾਵਣ ਦੇ ਸੈਨਿਕ, ਉਹ ਸਭ ਇਹਨੇ ਅੱਗੇ ਹੋ ਕੇ ਮਾਰ ਪਕਾਏ। ਦੁਆਪਰ ਭਏ ਕ੍ਰਿਸ਼ਨ ਅਵਤਾਰਾ। ਫਿਰ ਜਦੋਂ ਦੁਆਪਰ ਅਵਤਾਰ ਹੋਇਆ ਤੇ ਕ੍ਰਿਸ਼ਨ ਜੀ ਹੋਏ ਹੈ, ਭਗਵਾਨ ਕ੍ਰਿਸ਼ਨ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਕ੍ਰਿਸ਼ਨ ਦਾ ਅਵਤਾਰ ਧਾਰਿਆ, ਜਿਸ ਵੇਲੇ ਧਰਨੀ ਹੇਤ ਨਿਵਾਰਨ ਭਾਰਾ। ਧਰਤੀ ਦੇ ਭਾਰ ਉਤਾਰਨੇ ਵਾਸਤੇ, ਕਿਉਂਕਿ 16 ਕਲਾ ਸੰਪੂਰਨ ਫਲਿਆ, ਅਨਕ ਕਲਾ ਹੋਏ ਠਾਕੁਰ ਚੜ੍ਹਿਆ। 16 ਕਲਾ ਸੰਪੂਰਨ ਕ੍ਰਿਸ਼ਨ ਜੀ ਆਏ ਦੁਆਪਰ ਯੁੱਗ ਦੇ ਵਿੱਚ। ਤੇ ਫਿਰ ਕਹਿਣ ਲੱਗੇ ਜਦੋਂ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਦੁਆਪਰ ਯੁੱਗ ਵਿੱਚ, ਤਾਂ ਮਨ ਖੋਜਣ ਹਿਤ ਚੱਲ ਕੇ ਆਏ। ਤੇ ਉਹ ਮਣੀ ਖੋਜਣ ਵਾਸਤੇ ਨਾ, ਜਿੱਥੇ ਇਹ ਜਾਮਵੰਤ ਰਹਿੰਦਾ ਸੀ ਗੁਫਾ ਦੇ ਵਿੱਚ, ਉਹ ਕਿਧਰੇ ਇੱਧਰ ਨੂੰ ਆ ਗਏ, ਇਕੱਲੇ ਆ ਗਏ। ਨਾ ਉਹਨਾਂ ਦਾ ਕੋਈ ਚੇਲਾ, ਨਾ ਕੋਈ ਉਹਨਾਂ ਦਾ ਸੇਵਕ ਸੀ, ਬਲਕਿ ਇਕੱਲੇ ਹੀ ਉਹ ਜਦੋਂ ਜੰਗਲ ਨੂੰ ਆ ਗਏ ਤਾਂ ਜਾਮਵੰਤ ਦੇਖਿਓ ਇਹ ਬਾਏ। ਜਾਮਵੰਤ ਜਿਹੜਾ ਹੈ ਨਾ, ਇਸ ਜਗ੍ਹਾ 'ਤੇ ਭਾਲੂ ਜਿਹੜਾ ਹੈ ਇੱਥੇ ਰਹਿੰਦਾ ਸੀ ਆਪ ਦੀ ਗੁਫਾ ਦੇ ਵਿੱਚ। ਤੇ ਕ੍ਰਿਸ਼ਨ ਜੀ ਨੂੰ ਨਹੀਂ ਸੀ ਸ਼ਾਇਦ ਪਤਾ ਹੋਵੇਗਾ, ਤਾਂ ਹੀ ਉਹ ਇਸ ਤਰ੍ਹਾਂ ਹੋ ਗਿਆ। ਕਹਿਣ ਲੱਗੇ ਦੋਵਾਂ ਦਾ ਆਪਸ ਵਿੱਚ ਜਦੋਂ ਟਾਕਰਾ ਹੋ ਗਿਆ ਤੇ ਲੱਗੇ ਕਰਨ ਮਿਲ ਕੇ ਸੰਗਰਾਮਾ। ਤੇ ਫਿਰ ਇਹ ਜਾਮਵੰਤ ਨੂੰ ਕੋਈ ਬਰਦਾਸ਼ਤ ਨਹੀਂ ਹੋਇਆ ਕਿ ਮੇਰੀ ਗੁਫਾ ਵਿੱਚ ਕੌਣ ਹੈ ਜਿਹੜਾ ਆ ਸਕਦਾ ਹੈ। ਉਹਨੇ ਬਹੁਤ ਰੋਸ ਕੀਤਾ, ਵੀਰ ਰਸ ਵਿੱਚ ਆ ਗਿਆ ਤੇ ਭਗਵਾਨ ਨਾਲ ਲੜਨ ਲੱਗ ਪਿਆ। ਬੜਾ ਯੁੱਧ ਹੋਇਆ। ਕਹਿਣ ਲੱਗੇ ਆਪਸ ਵਿੱਚ ਕਈ ਦਿਨ ਲੜਦੇ ਰਹੇ। ਦੁੱਧ ਜੁੰਧ ਅਤਸ਼ੈ ਬਲ ਧਾਮਾ। ਬੜਾ ਕਹਿਣ ਲੱਗੇ ਦੁੰਦ, ਬੜਾ ਯੁੱਧ ਹੋਇਆ ਉੱਥੇ ਦੋਵਾਂ ਯੋਧਿਆਂ ਦਾ। ਤੇ ਫਿਰ ਹੈਰਾਨੀ ਵਾਲੀ ਗੱਲ ਤਾਂ ਇਹ, ਨਹੀਂ ਪਰਾਜੈ ਕਿਸ ਦਿਸ਼ ਹੋਈ। ਦੋਨੋਂ ਆਪ ਦਾ ਬਲ ਲਾ ਕੇ ਲੜਦੇ ਪਏ, ਪਰ ਕੋਈ ਜਿੱਤ ਨਾ ਸਕਿਆ। ਕਦੇ ਉਹ ਢਾਇਆ ਜਾਂਦਾ, ਕਦੇ ਉਹ ਢਾਇਆ ਜਾਂਦਾ। ਇਸ ਤਰ੍ਹਾਂ ਦੇ ਉੱਥੇ ਕੌਤਕ ਹੋਏ। ਦਿਵਸ ਅਸ਼ਟ ਵਿੰਸ਼ਤ ਭੱਤ ਦੋਈ। 28 ਦਿਨ ਕਹਿਣ ਲੱਗੇ ਲਗਾਤਾਰ ਲੜਦੇ ਰਹੇ। 28 ਦਿਨ ਫਿਰ ਥੱਕ ਜਾਂਦੇ, ਫਿਰ ਲੜਦੇ। ਇੱਧਰ ਵੀ ਮਹਾਨ ਸ਼ਕਤੀਆਂ ਸੀ। ਉਧਰ ਰਾਮਚੰਦ ਜੀ ਦਾ ਸੇਵਕ ਸੀ, ਕਿਉਂਕਿ ਉਧਰ ਭਗਤ ਹੈ, ਇੱਕ ਬੰਨੇ ਪ੍ਰਭੂ ਹੈ। ਸੋ ਯੁੱਧ ਬੜਾ ਕਮਾਲ ਦਾ ਹੋਇਆ, ਕੋਈ ਜਿੱਤ ਨਾ ਸਕਿਆ। ਲੜਦਿਓ ਜਬੈ ਵਿਜੈ ਨਾ ਪਾਵਾ। ਕ੍ਰਿਸ਼ਨ ਜੀ ਨੇ ਵਿਚਾਰਿਆ ਵੀ ਇਹਨੂੰ ਤਾਂ ਹਰਾ ਨਹੀਂ ਸਕਦੇ ਹਾਂ, ਹੁਣ ਇਹਨੂੰ ਕਿਵੇਂ ਹਰਾਈਏ। ਕਿਉਂਕਿ ਤੁਸੀਂ ਇੱਕ ਹੋਰ ਵੀ ਇਹ ਸਰਬਲੋ ਬਾਣੀ ਵਿੱਚ ਆਉਂਦਾ ਹੈ ਜ਼ਿਕਰ, ਵੀਰਜ ਨਾਮ ਦਾ ਇੱਕ ਦੈਂਤ ਸੀ। ਉਹਨੇ ਭਗਵਾਨ ਨੂੰ ਲਲਕਾਰਿਆ ਸੀ, ਵਿਸ਼ਨੂੰ ਦਾ ਲਲਕਾਰਿਆ ਸੀ। ਉਸਨੇ ਕਹਿੰਦਾ ਸੀ ਭਗਵਾਨ ਤੇਰੇ ਦਰਸ਼ਨ ਕਰਨੇ ਵਾਸਤੇ ਕਈ ਲੋਕ ਤਰਸਦੇ ਪਏ ਹੈ, ਜੋ ਵੀ ਲੋਕ ਹੱਠ ਤਪ ਕਰਦੇ ਹੈ, ਕਈ ਭਗਤੀ ਵਾਲੇ ਤੈਨੂੰ ਰਾਤ ਨੂੰ ਉੱਠ ਕੇ ਯਾਦ ਕਰਦੇ ਨੇ, ਤੇਰੀ ਇਬਾਦਤ ਕਰਦੇ ਨੇ। ਤੂੰ ਐਡਾ ਮਾਨ ਦਾ ਭਰਿਆ, ਕਿਸੇ ਨੂੰ ਦਰਸ਼ਨ ਨਹੀਂ ਦਿੰਦਾ ਹੈ। ਅੱਜ ਮੇਰੇ ਅੱਗੇ ਤਲਵਾਰ ਉਠਾ ਤੇ ਮੇਰੇ ਨਾਲ ਲੜ। ਸੋ ਭਗਤ ਵੀ ਬੜੇ ਹੈਰਾਨੀਜਨਕ ਹੋਏ ਨਾ। ਹੈ ਤੇ ਇਹ ਵੀ ਭਗਤ ਸੀ, ਪਰ ਕੁਛ ਆਪ ਦੀਆਂ ਵਾਸ਼ਨਾਵਾਂ ਕਰਕੇ ਦੈਂਤ ਵਿਅਕਤੀ ਦਾ ਹੋ ਗਿਆ ਸੀ। ਤਾਂ ਫਿਰ ਇਹ ਹਾਲਤ ਇਸ ਜਾਮਵੰਤ ਦੀ ਹੈ।
ਜਾਮਵੰਤ ਹੈ ਤੇ ਭਗਤ ਹੈ ਰਾਮਚੰਦ ਜੀ ਦਾ, ਪਰ ਇੰਨੀ ਸਿਮਰਤੀ ਜਾਗਰਤ ਨਹੀਂ ਹੈ ਕਿ ਇਹ ਕ੍ਰਿਸ਼ਨ ਜੀ ਨੂੰ ਪਹਿਚਾਨ ਸਕੇ, ਕਿਉਂਕਿ ਹੈ ਤੇ ਉਹ ਰੂਪ, ਪਰ ਇਹ ਅਨੰਦ ਭਗਤ ਸੀ ਨਾ। ਅਨੰਦ ਭਗਤ ਦਾ ਮਤਲਬ ਹੈ ਇੱਕ ਸਰੂਪ ਤੋਂ ਅਲੱਗਾ ਕਿਸੇ ਨੂੰ ਜਾਣਨਾ ਹੀ ਨਾ, ਸਿਰਫ ਉਹ ਰਾਮਚੰਦ ਜੀ ਦਾ ਹੀ ਭਗਤ ਸੀ, ਦੂਸਰੇ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ, ਭਾਵੇਂ ਦੂਸਰਾ ਰੂਪ ਧਾਰ ਕੇ ਆ ਗਏ ਸੀ, ਸ਼ਰਧਾ ਹੀ ਸਿਰਫ ਰਾਮਚੰਦ ਜੀ ਤੇ ਟਿਕੀ ਹੋਈ ਸੀ। ਇਸ ਵਾਸਤੇ ਕਹਿਣ ਲੱਗੇ 28 ਦਿਨ ਹੋ ਗਏ ਕੋਈ ਜਿੱਤ ਨਾ ਸਕਿਆ, ਡਰਦੇ ਹੋ ਜਬੈ ਵਿਜੈ ਨਾ ਪਾਵਾ, ਲੜਦਿਆਂ ਜਦੋਂ ਕਿਸੇ ਦੀ ਜਿੱਤ ਨਾ ਹੋ ਸਕੀ, ਰਾਮ ਵੇਖ ਸ਼੍ਰੀ ਕ੍ਰਿਸ਼ਨ ਬਨਾਵਾ, ਫਿਰ ਮਜਬੂਰਨ ਕ੍ਰਿਸ਼ਨ ਜੀ ਨੂੰ ਰਾਮਚੰਦ ਜੀ ਦਾ ਰੂਪ ਧਾਰਨਾ ਪਿਆ ਵੀ ਇਹਨੇ ਇੱਦਾਂ ਨਹੀਂ ਟਲਣਾ ਹੈ, ਕਿਉਂਕਿ ਇਹਦੀ ਸ਼ਰਧਾ ਹੀ ਰਾਮਚੰਦ ਜੀ 'ਤੇ ਹੈ, ਜਾਂ ਇਹ ਸਾਨੂੰ ਮਾਰੇਗਾ ਜਾਂ ਆਪ ਮਰ ਜਾਏਗਾ, ਪਰ ਇਹ ਨਹੀਂ ਟਲੇਗਾ। ਇਸ ਵਾਸਤੇ ਭਗਵਾਨ ਕ੍ਰਿਸ਼ਨ ਨੇ ਆਪ ਦਾ ਰੂਪ ਰਾਮਚੰਦ ਜੀ ਦਾ ਧਾਰ ਲਿਆ। ਦੋਹਰਾ ਦੇਖ ਰੂਪ ਸ਼੍ਰੀ ਰਾਮ ਕੋ ਤਪਛਨ ਪਗ ਲਪਟਾਏ। ਫਿਰ ਉਹ ਜਾਮਵੰਤ ਜਿਹੜਾ ਕਈ ਦਿਨਾਂ ਤੋਂ ਲੜ ਰਿਹਾ ਸੀ, ਰਾਮਚੰਦ ਜੀ ਦਾ ਰੂਪ ਦੇਖ ਕੇ ਨਾ ਉਸੇ ਵੇਲੇ ਭਗਵਾਨ ਕ੍ਰਿਸ਼ਨ ਦੇ ਚਰਨਾਂ 'ਤੇ ਲਿਟ ਗਿਆ, ਮਾਫੀਆਂ ਮੰਗਣ ਲੱਗਾ, ਹੁਣ ਮੈਨੂੰ ਮਾਫ ਕਰ ਦਿਓ, ਮੈਂ ਗਲਤੀ ਕੀਤੀ, ਤੁਹਾਡੇ ਨਾਲ ਖਾਮਖਾ ਲੜਦਾ ਰਿਹਾ। ਇਸ ਤਰ੍ਹਾਂ ਮਨ ਤਨ ਜਾਦੇ ਆਪਣੀ ਭੂਲ ਲਈ ਬਖਸ਼ਾਏ। ਫਿਰ ਇਹ ਜਾਮਵੰਤ ਦੀ ਪੁੱਤਰੀ ਹੈ ਜਾਮਵੰਤੀ, ਸੋ ਇਹਨੇ ਭਗਵਾਨ ਕ੍ਰਿਸ਼ਨ ਨਾਲ ਵਿਆਹ ਦਿੱਤੀ ਹੈ, ਆਪ ਦੀ ਭੁੱਲ ਬਖਸ਼ਾਈ। ਇਸ ਤਰ੍ਹਾਂ ਚੌਪਈ ਤਬ ਸ਼੍ਰੀ ਕ੍ਰਿਸ਼ਨ ਦਵਾਰਕਾ ਗਏ। ਤਦੋਂ ਕ੍ਰਿਸ਼ਨ ਜੀ ਜਦੋਂ ਦਵਾਰਕਾ ਨਗਰੀ ਗਏ ਤਾਂ ਜਾਮਵੰਤ ਤੇ ਜੰਮੂ ਭਇਓ। ਜਾਮਵੰਤ ਤੋਂ ਇਹ ਕਹਿਣ ਲੱਗੇ ਜੰਮੂ, ਇਹ ਨਾਮ ਪ੍ਰਸਿੱਧ ਹੋ ਗਿਆ, ਜਿਹੜਾ ਅੱਜ ਕੱਲ੍ਹ ਜੰਮੂ ਕਸ਼ਮੀਰ ਹੈ। ਸੋ ਇਹ ਜੰਮੂ ਜਾਮਵੰਤ ਨਾਮ ਦੇ ਭਾਜੂ ਤੋਂ ਬਣਿਆ ਹੈ। ਇਹ ਸਾਰੀ ਗਾਥਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਤੇ ਮਰਦਾਨੇ ਨੂੰ ਸੁਣਾ ਰਹੇ। ਇਸ ਬਿਦ ਕਰਦਿਓ ਬਚਨ ਦਿਲਾਸਾ, ਇੱਦਾਂ ਦੇ ਬਚਨ ਕਰਦਿਆਂ ਹੋਇਆਂ ਦਿਵਸ ਬਿਤਾਏ ਦਵੈ ਸੁਖ ਰਾਸਾ। 2 ਦਿਨ ਬੀਤ ਹੋ ਗਏ, ਸੁੱਖਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਹੀ ਜੰਮੂ ਦੇ ਵਿੱਚ ਬੈਠੇ ਹਨ। ਗੁਰ ਮਿਲ ਕੇਤਕ ਨਰ ਹਰਿ ਖਾਏ। ਸਤਿਗੁਰੂ ਜੀ ਨੂੰ ਦੇਖ ਕੇ ਨਾ ਕਸ਼ਮੀਰ ਦੇ ਨਿਵਾਸੀ, ਜੰਮੂ ਨਿਵਾਸੀ ਲੋਕ ਬੜੇ ਖੁਸ਼ ਹੋਏ। ਆ ਕੇ ਸਤਿਗੁਰਾਂ ਦੇ ਚਿਹਰੇ ਮੋਹਰੇ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ। ਜਾਏ ਧੂਪ ਟਿਕ ਬੈਨ ਸੁਣਾਏ। ਜਾ ਕੇ ਉੱਥੋਂ ਦੇ ਰਾਜੇ ਨੂੰ ਖਬਰ ਦਿੱਤੀ, ਰਾਜਨ ਤੇਰੇ ਇਲਾਕੇ ਵਿੱਚ, ਤੇਰੀ ਨਗਰੀ ਵਿੱਚ ਸਤਿਪੁਰਸ਼ ਆਏ ਨੇ, ਸਤਿਗੁਰੂ ਨਾਨਕ ਦੇਵ ਜੀ ਆਏ ਨੇ, ਜਿਨ੍ਹਾਂ ਦਾ ਨਾਮ ਤੂੰ ਕਈ ਵਾਰੀ ਪਹਿਲਾਂ ਵੀ ਸੁਣਿਆ ਹੈ। ਉਹ ਸਤਿਗੁਰੂ ਹੁਣ ਇੱਥੇ ਆਏ ਨੇ। ਇਹ ਸੁਣ ਕੇ ਤਾਂ ਰਾਜਾ ਵਹਿਰ ਤੱਪਾ ਸ਼੍ਰੀ ਨਾਨਕ ਆਵਾ। ਕਹਿਣ ਲੱਗਾ ਕਿ ਬਾਹਰ ਸਤਿਗੁਰੂ ਨਾਨਕ ਦੇਵ ਜੀ ਆਏ ਨੇ। ਉਹਦੇ ਪ੍ਰਜਾ ਦੇ ਲੋਕ ਕਹਿਣ ਲੱਗੇ ਹਾਂ, ਤੇਰੀ ਪ੍ਰਜਾ ਵਿੱਚ, ਤੇਰੇ ਲੋਕ ਵਿੱਚ ਸਤਿਗੁਰੂ ਨਾਨਕ ਦੇਵ ਜੀ ਆਏ ਨੇ। ਸੁਣ ਕੇ ਤਾਂ ਜਿਸ ਕੋ ਜਸ ਜਗ ਮਹਿ ਬਖਸ਼ਾਵਾ। ਉਹ ਕਹਿਣ ਲੱਗਾ ਰਾਜਾ ਵੀ ਇਹ ਉਹੀ ਸਤਿਗੁਰੂ ਹੈ ਨਾ, ਜਿਨ੍ਹਾਂ ਬਾਰੇ ਬਹੁਤ ਦੇਸ਼ਾਂ ਦੇਸ਼ਾਂਤਰਾਂ ਵਿੱਚ ਪ੍ਰਸਿੱਧੀ ਹੋਈ ਹੈ। ਲੋਕ ਆਣ ਕੇ ਦੱਸਦੇ ਸੀ ਪਹਿਲੇ ਵੀ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ਿਆਦਾ ਸੱਚੇ ਨਾਮ ਦਾ ਹੋਕਾ ਦਿੱਤਾ ਹੈ। ਕਿ ਇਹ ਉਹ ਸਤਿਗੁਰੂ ਨੇ? ਤੇ ਜਿਹੜੇ ਪ੍ਰਜਾ ਦੇ ਲੋਕ ਕਹਿਣ ਲੱਗੇ ਹਾਂਜੀ ਮਹਾਰਾਜ ਇਹ ਉਹ ਹੀ ਹੈ। ਸੁਣ ਕੇ ਸੁਣਤ ਨਗਨ ਪਗ ਤੂਰਨ ਧਾਇਓ। ਸੁਣਦਿਆਂ ਸਾਰ ਨੰਗੇ ਪੈਰੀ ਉਹ ਰਾਜਾ ਆਪਦੇ ਤਖਤ ਤੋਂ ਉੱਠ ਕੇ ਭੱਜ ਕੇ ਸਤਿਗੁਰਾਂ ਕੋਲ ਗਿਆ। ਉਤਮ ਬਹੁਤ ਉਪਾਇਨ ਲਿਆਇਓ। ਅਤੇ ਆਪਦਿਆਂ ਸੈਨਿਕਾਂ ਨੂੰ ਕਿਹਾ, ਕਹਿਣ ਲੱਗਾ ਤੁਸੀਂ ਬਹੁਤ ਜਿਹੜੀਆਂ ਉੱਤਮ ਸ੍ਰੇਸ਼ਟ ਭੇਟਾਵਾਂ ਲੈ ਕੇ ਆਓ, ਭੋਜਨ ਲੈ ਕੇ ਆਓ। ਮੈਂ ਸਤਿਗੁਰੂ ਨਾਨਕ ਦੇਵ ਜੀ ਨੂੰ ਭੋਜਨ ਛਕਾ ਕੇ ਉਹਨਾਂ ਦੀਆਂ ਖੁਸ਼ੀਆਂ ਲਵਾਂਗਾ। ਦੀਨ ਹੋਏ ਪਦ ਬੰਦਨ ਕੀਨੀ। ਭਾਵੇਂ ਹੈ ਰਾਜਾ ਸੀ, ਪਰ ਬਹੁਤ ਨਿਮਰਤਾ ਨਾਲ, ਪ੍ਰੇਮ ਨਾਲ, ਸ਼ਰਧਾ ਸਹਿਤ ਸਤਿਗੁਰਾਂ ਦੇ ਚਰਨਾਂ 'ਤੇ ਬੰਦਨਾ ਕੀਤੀ। ਬਿਨੈ ਬਣੀ ਭੇਟਾਂ ਧਰ ਦੀਨੀ। ਹੱਥ ਜੋੜ ਕੇ ਕਹਿਣ ਲੱਗਾ, ਇਹ ਮਹਾਂਪੁਰਸ਼ੋ ਆ ਮੇਰੀ ਭੇਟਾਂ ਸਵੀਕਾਰ ਕਰੋ। 36 ਪ੍ਰਕਾਰ ਦੇ ਭੋਜਨ ਲੈ ਕੇ ਆਇਆ। ਫਿਰ ਹੋਰ ਆਪ ਦੇ ਕੁਝ ਘਰ ਵਿੱਚੋਂ ਜੋ ਹੀਰੇ ਮੋਤੀ ਜਵਾਹਰਾਤ ਸੀ
ਉਹ ਸਾਰਾ ਕੁਝ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। ਭਾਵੇਂ ਸਤਿਗੁਰਾਂ ਨੂੰ ਇਹਨਾਂ ਵਸਤਾਂ ਦੀ ਲੋੜ ਤਾਂ ਕੋਈ ਨਹੀਂ ਸੀ, ਪਰ ਸ਼ਰਧਾ ਸੀ ਨਾ, ਸ਼ਰਧਾ ਕਰਕੇ ਸਤਿਗੁਰੂ ਜੀ ਨੇ ਸਾਰਾ ਕੁਝ ਸਵੀਕਾਰ ਕੀਤਾ। ਦੋਹਰਾ ਪੂਰਨ ਸ਼੍ਰੀ ਸਤਿਗੁਰ ਤੁਹੀਂ ਦੀਜਾ ਨਿਜ ਉਪਦੇਸ਼। ਸਤਿਗੁਰੂ ਨਾਨਕ ਦੇਵ ਜੀਓ, ਤੁਸੀਂ ਪੂਰਨ ਹੋ ਕਲਯੁਗ ਵਿੱਚ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪ ਦਾ ਨਿਜ ਉਪਦੇਸ਼ ਦਿਓ, ਆਪਣਾ ਉਪਦੇਸ਼ ਦਿਓ। ਤੁਸੀਂ ਕਿਸ ਪ੍ਰਕਾਰ ਵਾਹਿਗੁਰੂ ਵਿੱਚ ਅਭੇਦ ਹੋਏ ਹੋ, ਉਹ ਅੰਮ੍ਰਿਤਮਈ ਰਸ ਸਾਨੂੰ ਵੀ ਦਿਓ, ਸਾਡੇ 'ਤੇ ਵੀ ਕਿਰਪਾ ਕਰੋ। ਜੋ ਰਸ ਤੁਹਾਡੇ ਵਿੱਚੋਂ ਝਲਕ ਰਿਹਾ ਹੈ ਨਾ, ਜੋ ਰਸ ਤੁਹਾਡੇ ਕੋਲ ਬੈਠਿਆਂ ਆ ਰਿਹਾ ਹੈ, ਮੈਂ ਚਾਹੁੰਦਾ ਹਾਂ ਉਹ ਰਸ ਮੇਰੇ ਕੋਲੋਂ ਸਦਾ ਰਹੇ, ਸदैवी ਕਾਲ ਰਹੇ। ਉਹ ਰਸ ਮੇਰੇ ਕੋਲੋਂ ਛੀਣ ਨਾ ਹੋਏ। ਕਿਰਪਾ ਕਰੋ ਮਹਾਰਾਜ, ਮੈਨੂੰ ਉਹ ਰਸ ਦਿਓ। ਗਹੀ ਚਰਨ ਕੀ ਸ਼ਰਨ ਮੈਂ, ਸਿੱਖ ਕਰੋ ਜਗਤੇਸ਼। ਇਹ ਜਗਤ ਦੇ ਮਾਲਕ, ਜਗਤ ਦੇ ਈਸ਼ਰ ਸਰੂਪ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰੂ ਨਾਨਕ ਦੇਵ ਜੀਓ, ਕਿਰਪਾ ਕਰਕੇ ਮੇਰੇ 'ਤੇ ਤਰਸ ਕਰੋ। ਮੈਂ ਤੁਹਾਡਾ ਸਿੱਖ ਬਣਨ ਲਈ ਤਿਆਰ ਹਾਂ। ਜੋ ਵੀ ਮੈਨੂੰ ਸਿੱਖੀ ਪ੍ਰਥਾਏ ਦੇਣਾ ਚਾਹ ਮੰਗੋ, ਮੈਂ ਉਹ ਦੇਣ ਲਈ ਤਿਆਰ ਹਾਂ। ਕਿਰਪਾ ਕਰਕੇ ਮੈਨੂੰ ਸਿੱਖੀ ਬਖਸ਼ ਦਿਓ। ਚੌਪਈ ਸੁਨਤ ਬਿਨੈ ਕਰ ਦਇਆ ਕਿਰਪਾਲਾ। ਉਹਦੀ ਬੇਨਤੀ ਸੁਣ ਕੇ ਦਇਆ ਦੇ ਘਰ, ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੁਖ ਨਿਤ ਬੋਲੇ ਬਚਨ ਰਸਾਲਾ। ਰਸਮਈ ਜਿਹੜੀ ਬਾਣੀ ਆ ਸਤਿਗੁਰਾਂ ਦੀ, ਉਹ ਮੁਖ ਤੋਂ ਉਚਾਰੀ ਹੈ। ਕਹਿਣ ਲੱਗੇ, ਇਹ ਰਾਜਨ, ਜੇ ਸੱਚਮੁੱਚ ਤੇਰੇ ਮਨ ਵਿੱਚ ਵਾਹਿਗੁਰੂ ਦੇ ਪ੍ਰਤੀ ਪਿਆਸਾ ਹੈ, ਸ਼ਰਧਾ ਜਾਗੀ ਆ, ਫਿਰ ਸਾਡਾ ਬਚਨ ਮੰਨ। ਕੀਜੈ ਸਦਾ ਧਰਮ ਕੋ ਨਿਆਉ। ਪਹਿਲਾਂ ਤੇਰੇ ਤਾਈਂ ਅਸੀਂ ਦੱਸਦੇ ਹਾਂ ਕਿ ਤੂੰ ਜੋ ਵਿਵਹਾਰ ਵਿੱਚ ਚੱਲਦਾ ਹੈ ਨਾ, ਸਦਾ ਹੀ ਧਰਮ ਦਾ ਨਿਆਂ ਕਰ, ਸੱਚਾ ਨਿਆਂ ਕਰੀ। ਮਾੜੇ ਨੂੰ ਨਾ ਫੜੀ ਤੇ ਤਗੜੇ ਨੂੰ ਛੱਡੀ ਨਾ। ਜਿਹੜਾ ਦੁਸ਼ਟ ਹੋਏਗਾ ਉਹਨੂੰ ਛੱਡੀ ਨਾ, ਤੇ ਜਿਹੜਾ ਮਾੜਾ ਹੋਏ, ਗਰੀਬ ਹੋਏ, ਉਹਦੇ 'ਤੇ ਸਦਾ ਹੀ ਲਿਹਾਜ਼ ਹੀ ਕਰੀ। ਜੇਕਰ ਮਾੜਾ ਕੋਈ ਦੁਰਬਚਨ ਵੀ ਬੋਲ ਦਿੰਦਾ ਹੈ, ਉਹਦੇ 'ਤੇ ਤਰਸ ਕਰੀ, ਪਰ ਜਿਹੜਾ ਦੁਸ਼ਟ ਹੋਏਗਾ ਉਹਨੂੰ ਛੱਡੀ ਨਾ। ਇਹ ਸੱਚ ਦਾ ਨਿਆਂ ਕਰੀ, ਧਰਮ ਦਾ ਨਿਆਂ ਕਰੀ, ਗਊ ਗਰੀਬ ਦੀ ਰੱਖਿਆ ਕਰੀ। ਇਹ ਤੇਰੇ ਤਾਈਂ ਸਾਡਾ ਜੋ ਵਿਵਹਾਰਿਕ ਉਪਦੇਸ਼ ਹੈ। ਹੁਣ ਪਰਮਾਰਥ ਦਾ ਉਪਦੇਸ਼ ਤੇਰੇ ਤਾਈਂ ਦੱਸਦੇ ਹਾਂ, ਜਿਸ ਕਰਕੇ ਤੇਰੇ ਤਾਈਂ ਆਤਮਿਕ ਆਨੰਦ ਹਾਸਲ ਹੋਏ, ਬ੍ਰਹਮ ਗਿਆਨ ਹੋਏ, ਜਿਸ ਕਰਕੇ ਤੈਨੂੰ ਉਹ ਦੱਸਦੇ ਹਾਂ। ਲੋਭ ਧਾਰ ਮਹਿ ਕਰ ਕੋ ਨਿਆਉ। ਸਤਿਗੁਰੂ ਕਹਿਣ ਲੱਗੇ, ਅਕਸਰ ਜਿਹੜੇ ਰਾਜੇ ਲੋਕ ਹੁੰਦੇ ਹੈ, ਲੋਭ ਕਰਕੇ, ਲੋਭ ਦੀ ਖੁਮਾਰੀ ਕਰਕੇ ਖੋਟਾ ਨਿਆਉ ਕਰਦੇ ਹੈ। ਸੋ ਗਊ ਗਰੀਬ ਦੀ ਹਮੇਸ਼ਾ ਮਾਰ ਕੁੱਟ ਕਰਦੇ ਹੈ, ਔਰ ਜਿਹੜੇ ਦੁਸ਼ਟ ਹੈ ਉਹਨਾਂ ਨਾਲ ਪ੍ਰੀਤੀ ਗੰਢ ਕੇ ਰੱਖਦੇ ਹੈ। ਇਹ ਰਾਜਨ, ਜੇਕਰ ਤੂੰ ਸਾਡਾ ਉਪਦੇਸ਼ ਧਾਰ ਵੀ ਲਿਆ, ਪਰ ਜੇ ਇਹ ਖੋਟੇ ਕੰਮ ਕਰਦਾ ਰਿਹਾ, ਇਹ ਰਸ ਤੇਰੇ 'ਤੇ ਫਲੀਭੂਤ ਨਹੀਂ ਹੋਏਗਾ। ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਤੋਂ ਭਾਂਡੇ ਤੋਂ ਬਿਨਾਂ ਕਿਸ ਦੂਸਰੇ ਭਾਂਡੇ ਵਿੱਚ ਟਿਕ ਨਹੀਂ ਸਕਦਾ, ਉਵੇਂ ਸਾਡਾ ਨਾਮ, ਵਾਹਿਗੁਰੂ ਦਾ ਨਾਮ, ਜਿੰਨਾ ਚਿਰ ਚਿੱਤ ਸ਼ੁੱਧ ਨਹੀਂ ਹੈ, ਟਿਕੇਗਾ ਨਹੀਂ। ਇਸ ਵਾਸਤੇ ਪਹਿਲਾਂ ਆਪਣਾ ਵਿਵਹਾਰ ਬਦਲ। ਜਿਹੜੇ ਦੁਸ਼ਟ ਕਰਮ ਹੈ ਨਾ, ਇਹਨਾਂ ਦਾ ਸਦਾ ਵਾਸਤੇ ਤਿਆਗ ਕਰ। ਜਗਤ ਜਾਣੀਐ ਸੁਪਨ ਸਮਾਨਾ। ਜਗਤ ਨੂੰ ਸੁਪਨੇ ਸਮਾਨ ਸਮਝ ਕੇ ਸਦਾ ਹੀ ਵਾਹਿਗੁਰੂ 'ਤੇ ਭਰੋਸਾ ਰੱਖ। ਸਤ ਆਤਮਾ ਏਕ ਪਛਾਨਾ। ਆਤਮਾ ਨੂੰ ਸੱਚਾ ਜਾਣ, ਆਤਮਾ ਪਰਮਾਤਮਾ ਕਰ ਜਾਣ। ਇਹ ਆਤਮਾ ਹੈ ਵਾਹਿਗੁਰੂ ਦੀ ਹੈ, ਪਰ ਇਹ ਭਰੋਸਾ ਰੱਖ, ਭਾਵੇਂ ਉਹ ਟੋਭੇ ਦਾ ਪਾਣੀ ਹੈ, ਭਾਵੇਂ ਛੱਪੜ ਦਾ ਪਾਣੀ ਹੈ, ਭਾਵੇਂ ਉਹ ਸਾਗਰ ਦਾ ਪਾਣੀ, ਭਾਵੇਂ ਸਮੁੰਦਰ ਦਾ, ਪਰ ਪਾਣੀ ਪਾਣੀ ਹੈ। ਭਾਵੇਂ ਉਹ ਗੰਦਾ ਹੋ ਗਿਆ, ਉਹ ਵੱਖਰੀ ਗੱਲ ਹੈ। ਇਸੇ ਤਰ੍ਹਾਂ ਆਤਮਾ 'ਤੇ ਭਾਵੇਂ ਮੋਹ ਇਤਿਆਦਿਕ ਕਈ ਦੁਸ਼ਟ ਇਹ ਰੋਗ ਲੱਗ ਗਏ ਹੈ, ਪਰ ਜਦੋਂ ਤੂੰ ਨਾਮ ਸਿਮਰਨ ਕਰੇਗਾ, ਇਹ ਤੇਰੀ ਆਤਮਾ ਉਜਲ ਹੋ ਜਾਏਗੀ। ਕਿਵੇਂ ਜਿਵੇਂ ਪਾਣੀ ਗੰਦੇ ਵਿੱਚ ਫਟਕਰੀ ਪਾ ਦਈਦੀ ਹੈ ਨਾ, ਫਟਕਰੀ ਪਾਇਆ ਸਾਰ ਪਾਣੀ ਨਿਰਮਲ ਹੋ ਜਾਂਦਾ ਹੈ, ਫਿਰ ਫਟਕਰੀ ਵਿੱਚੋਂ ਲੱਭਦੀ ਹੈ। ਇਸੇ ਤਰ੍ਹਾਂ ਜਦੋਂ ਨਾਮ ਜਪਦਿਆਂ ਜਦੋਂ ਕੁਝ ਸਮਝ ਹੋਈ, ਕੁਝ ਸੁਧਤਾਈ ਹੋਈ, ਫਿਰ ਕਬੀਰ ਜੀ ਨੇ ਕਿਹਾ ਹੈ ਨਾ, ਸਮਝ ਪਰੀ ਤੋਂ ਬਿਸਰਿਓ ਗਾਵਨ। ਜਦੋਂ ਸਮਝ ਪੈ ਗਈ, ਫਿਰ ਗਾਉਣ ਦੀ ਲੋੜ ਨਹੀਂ, ਫਿਰ ਆਪਣੇ ਆਪ ਸੰਗੀਤ ਦੀ ਤਾਰ ਛਿੜ ਜਾਏਗੀ। ਇਸ ਵਾਸਤੇ ਰਾਜਨ, ਸਦਾ ਹੀ ਆਤਮਾ ਨੂੰ ਸੱਚਾ ਜਾਣ। ਸੇਵਾ ਸੰਤਨ ਕੀ ਚਿਤ ਦੀਜੈ। ਸੰਤਾਂ ਮਹਾਂਪੁਰਖਾਂ ਦੀ ਸੇਵਾ
ਹਮੇਸ਼ਾ ਚਿੱਤ ਕਰਕੇ ਕਰਨੀ ਹੈ। ਇਹ ਨਾ ਹੋਵੇ ਤੂੰ ਬਾਹਰੋਂ ਸੇਵਾ ਕਰੇ, ਮਨ ਵਿੱਚ ਤੇਰੇ ਖੋਟ ਹੋਏ, ਮਨ ਵਿੱਚ ਕਪਟ ਹੋਏ। ਇਸ ਦੇ ਬਾਰੇ ਸਤਿਗੁਰਾਂ ਨੇ ਕਿਹਾ, ਆਪਾਂ ਰੋਜ਼ ਆਸਾ ਕੀ ਵਾਰ ਸੁਣਦੇ ਹਾਂ, ਸੀਸ ਨਿਵਾਇਆ ਕਿਆ ਥੀਐ ਜਰਦਾ ਇੱਕ ਸੁਧੇ ਜਾਵੇ। ਸੋ ਜੇ ਸਿਰ ਨਿਵਾ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ, ਤੇ ਫਿਰ ਜਿਹੜਾ ਬੱਧਕ ਹੁੰਦਾ ਹੈ, ਜਿਹੜਾ ਸ਼ਿਕਾਰੀ ਹੁੰਦਾ, ਹਿਰਨ ਨੂੰ ਝੋਕੇ ਮਾਰਦਾ ਇਹਨਾਂ ਨਿਸ਼ਾਨਾ, ਤੇ ਫਿਰ ਉਹਦੇ ਮਨ ਵਿੱਚ ਕੋਈ ਨਿਮਰਤਾ ਤੇ ਨਹੀਂ ਹੈ, ਸਗੋਂ ਕਪਟ ਹੈ। ਤੇ ਜੇਕਰ ਤੇਰੇ ਮਨ ਵਿੱਚ ਇਹੋ ਜਿਹੀ ਨਿਮਰਤਾ ਹੋਈ ਖੁਟਿਆਈ ਵਾਲੀ, ਉਹ ਨਿਮਰਤਾ ਪ੍ਰਵਾਨ ਨਹੀਂ ਹੈ। ਤੂੰ ਪ੍ਰੇਮ ਨਾਲ ਆਪਦੇ ਚਿੱਤ ਕਰਕੇ ਸੰਤਾਂ ਦੀ ਸੇਵਾ ਕਰ, ਲਗਨ ਸ਼ੁਦਨ ਪਰ ਕਰੁਣਾ ਕੀਜੈ, ਭੁੱਖਿਆਂ ਨੰਗਿਆਂ ਤੇ ਸਦਾ ਹੀ ਕਿਰਪਾ ਕਰਨੀ, ਸਤਿਨਾਮ ਜਪੀਏ ਲਿਵਲਾਈ। ਫਿਰ ਤੂੰ ਸੱਚੇ ਨਾਮ ਵਾਹਿਗੁਰੂ ਨੂੰ ਜਪਣਾ ਹੈ। ਇਹ ਤੇਰੀ ਜਿਹੜੀ ਸੰਸਾਰਿਕ ਰਾਹ ਰੀਤੀ ਤੇਰੇ ਤਾਈਂ ਬਿਆਨ ਕੀਤੀ ਕਿ ਤੂੰ ਇੱਦਾਂ ਸੰਸਾਰ ਵਿੱਚ ਵਿਚਰਨਾ ਹੈ। ਤੇ ਜਦੋਂ ਤੇਰੇ ਕੋਲ ਸਮਾਂ ਹੈ, ਵੱਧ ਤੋਂ ਵੱਧ ਸਮਾਂ ਤੂੰ ਵਾਹਿਗੁਰੂ ਦੇ ਗੁਣ ਗਾ। ਸੁਣੀਏ ਹਰ ਕੀਰਤ ਗੁਣ ਗਾਈ। ਸੁਣਨਾ ਵੀ ਹੈ, ਗਾਉਣਾ ਵੀ ਹੈ ਤੇ ਸੁਣਨਾ ਵੀ ਹੈ। ਕਿਉਂਕਿ ਜੇਕਰ ਇਕੱਲਾ ਤੂੰ ਮਨ ਮਰਜ਼ੀ ਕਰਕੇ ਹੁਣ ਸਾਡੇ ਕੋਲੋਂ ਉਪਦੇਸ਼ ਨਾ ਲੈਂਦਾ, ਆਪਣੀ ਮਨ ਮਰਜ਼ੀ ਕਰਕੇ ਸੁਣਦਾ, ਉਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹੈ, ਗਾਏ ਸੁਣੇ ਆਖੇ ਮੀਚਾ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਜਦੋਂ ਰਿਦਾ ਨਾ ਕਮਾਈ ਹੈ। ਜੇਕਰ ਇਕੱਲਾ ਹੀ ਗਾ ਲਿਆ, ਸੁਣ ਲਿਆ, ਪਰ ਜੇਕਰ ਸਾਡੀ ਕਿਰਤ ਵਿੱਚ ਕੋਈ ਫਰਕ ਨਹੀਂ ਹੈ, ਸਾਡੀ ਕਿਰਤ ਜੇਕਰ ਦੁਸ਼ਟ ਕਰਨ ਵਾਲੀ ਹੈ, ਤੇ ਫਰਕ ਨਹੀਂ ਪਏਗਾ। ਕਹਿਣ ਲੱਗੇ ਗਾਉਂਦਿਆਂ ਸੁਣਦਿਆਂ ਵੀ ਫਿਰ ਮਨੁੱਖ ਨਰਕਾਂ ਦਾ ਭਾਗੀ ਹੋਏਗਾ। ਪਰ ਇਹ ਤੇਰੇ ਤਾਈਂ ਪਹਿਲਾਂ ਤਾਂ ਕਿਹਾ ਹੈ ਕਿ ਪਹਿਲਾਂ ਆਪਣੀ ਕਿਰਤ ਸੁਧਾਰ, ਤੇਰੀ ਕਿਰਤ ਵਿੱਚ ਕੋਈ ਬਦਬੂ ਨਾ ਆਏ ਦੁਸ਼ਟ ਕਰਮਾਂ ਦੀ, ਫਿਰ ਤੂੰ ਆਤਮਿਕ ਆਨੰਦ ਲੈ ਸਕੇਗਾ। ਪਹਿਲਾਂ ਤੇ ਆਪਦਾ ਭਾਂਡਾ ਖਾਲੀ ਕਰ, ਫਿਰ ਭਾਂਡੇ ਵਿੱਚ ਤੇਰੇ ਤਾਈਂ ਇਹ ਅੰਮ੍ਰਿਤ ਰੂਪੀ ਨਾਮ ਪਵੇਗਾ। ਇਸ ਵਾਸਤੇ ਇਹ ਰਾਜਨ ਨਾਮ ਜਪਣਾ ਵੀ ਹੈ, ਸੁਣਨਾ ਵੀ ਹੈ, ਵਾਹਿਗੁਰੂ ਦੀ ਕੀਰਤੀ ਕਰਨੀ। ਸਤ ਸੰਗਤ ਮਿਲ ਸਮਾਂ ਬਿਤਾਵਹੁ, ਆਪ ਵੀ ਜਪਣਾ ਹੈ ਬਹੁਤਾ ਸਮਾਂ, ਤੇ ਫਿਰ ਸਾਧ ਸੰਗਤ ਵੀ ਕਰਨੀ ਹੈ। ਇਕਾਂਤ ਵੀ ਜ਼ਰੂਰੀ ਹੈ ਔਰ ਸੰਗਤ ਵੀ ਜ਼ਰੂਰੀ ਹੈ। ਇਕਾਂਤ ਨਾਲ ਤੂੰ ਆਪਣੇ ਆਪ ਨੂੰ ਪਰਖ ਸਕਦਾ ਹੈ ਕਿ ਮੇਰੇ ਮਨ ਵਿੱਚ ਕਿੰਨੇ ਕੁ ਹਲੇ ਵਿਕਾਰ ਨੇ। ਕਿਉਂਕਿ ਅਕਸਰ ਜਦੋਂ ਮਨੁੱਖ ਇਕੱਲਾ ਬੈਠਦਾ ਹੈ ਨਾ, ਉਹਦੇ ਅੰਦਰ ਵਲਵਲੇ ਉੱਠਦੇ ਹੈ, ਜਿਹੜੇ ਵਿਕਾਰ ਉਹਦੇ ਅੰਦਰ ਹੈ ਨਾ, ਉਹ ਉਛਲਦੇ ਆ। ਫਿਰ ਜਦੋਂ ਕਿਸੇ ਨਾਲ ਬੈਠਦੇ ਆ, ਉਹ ਕੁਝ ਸਮੇਂ ਵਾਸਤੇ ਵਿਲੀਨ ਹੋ ਜਾਂਦੇ ਆ, ਪਰ ਸਦਾ ਤੇ ਨਹੀਂ ਜਾਂਦੇ ਆ। ਇਸ ਵਾਸਤੇ ਸੰਗਤ ਵਿੱਚ ਆ ਕੇ ਤੂੰ ਨਾਮ ਜਪ, ਬੰਦਗੀ ਕਰ, ਵਾਹਿਗੁਰੂ ਦਾ ਕੀਰਤਨ ਸੁਣ, ਉਹਦਾ ਜਸ ਸੁਣ, ਤੇ ਫਿਰ ਇਕਾਂਤ ਵਿੱਚ ਵੀ ਬੈਠ ਕੇ ਕੁਝ ਸਮਾਂ ਬਤੀਤ ਕਰ। ਇਹ ਤੇਰੇ ਤਾਈਂ ਅਸੀਂ ਉਪਦੇਸ਼ ਦਿੰਦੇ ਹਾਂ। ਇਹ ਉਪਦੇਸ਼ ਜੇ ਆਪ ਕਮਾਵਹੁ, ਇਹ ਰਾਜਨ ਜੇ ਇਹ ਉਪਦੇਸ਼ ਤੂੰ ਆਪ ਕਮਾਵੇ ਨਾ, ਸਾਡਾ ਬਚਨ ਮੰਨੇ, ਇਹ ਉਪਦੇਸ਼ ਜੇਕਰ ਤੂੰ ਕਮਾਵੇ ਤਾਂ 22 ਧਾਰਨ ਹੋਵੇ ਰਾਜਾ। ਫਿਰ ਤੂੰ 22 ਧਾੜ ਦਾ ਰਾਜ ਕਾਇਮ ਕਰਨੇਗਾ। 22 ਧਾੜ ਵਿੱਚ ਸੋ ਜਲੰਧਰ ਦੀ ਰਿਆਸਤ ਆ ਜਾਂਦੀ ਸੀ। ਹੋਰ ਜਿਹੜੇ 22 ਪਹਾੜੀ ਇਲਾਕੇ ਸੀ, ਹੈ ਤੇ ਇਲਾਕੇ ਵੱਖ-ਵੱਖ ਨੇ, ਨਦੀਆਂ ਦੀਆਂ ਲਹਿਰਾਂ ਕਰਕੇ ਜਿਹੜੀਆਂ ਜਗ੍ਹਾ ਵੱਖ-ਵੱਖ ਹੋ ਗਈਆਂ, ਉਹਨਾਂ ਦੇ ਵੱਖੋ ਵੱਖਰੀਆਂ ਧਾਰਾਂ ਬਣ ਗਈਆਂ। ਇਸ ਤਰ੍ਹਾਂ 22 ਇਹ ਇਲਾਕੇ ਸੀ ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਵੀ ਸੁਣਦੇ ਹੀ ਹਾਂ ਕਿ ਜਦੋਂ ਕਲਗੀਧਰ ਜੀ ਨਾਲ 22 ਧਾੜੇ ਨੇ ਪੰਗਾ ਲਿਆ ਸੀ ਨਾ, ਉਦੋਂ ਸੁਣਿਆ ਹੀ ਆਪਾਂ ਸਾਰਾ ਕੁਛ। ਇਹ 22 ਧਾੜ ਦਾ ਰਾਜ ਸਤਿਗੁਰੂ ਕਹਿਣ ਲੱਗੇ ਤੂੰ ਕਾਇਮ ਕਰ ਲਏਗਾ ਜੇਕਰ ਤੂੰ ਵਾਹਿਗੁਰੂ ਦੀ ਬੰਦਗੀ ਕਰੇ ਤੇ ਸੱਚਾ ਨਿਆਂ ਕਰੇ। ਸਭ ਇਸ ਲੋਕਹਿ ਪੂਜਹਿ ਕਾਜਾ, ਇਸ ਲੋਕ ਵਿੱਚ ਤੇਰੇ ਸਾਰੇ ਕਾਰਜ ਸਫਲੇ ਹੋ ਜਾਣਗੇ। ਕੋਈ ਵੀ ਕਾਰਜ ਇਹੋ ਜਿਹਾ ਨਹੀਂ ਹੋਵੇਗਾ ਜਿਹੜਾ ਤੇਰਾ ਨਾਮ ਪੂਰਾ ਹੋਵੇ। ਪਰਲੋਕ ਵਿਖੈ ਗਤ ਆਛੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮਿਲੇ। ਇਹ ਲੋਕ ਵੀ ਤੇਰਾ ਉਜਲਾ ਹੋਵੇਗਾ, ਪਰ ਲੋਕ ਵਿੱਚ ਵੀ ਤੇਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਇੱਥੇ ਵੀ ਤੇਰਾ ਜਸ ਹੋਏਗਾ। ਜਦੋਂ ਪਰਲੋਕ ਵਿੱਚ ਜਾਏਗਾ ਤੈਨੂੰ ਕੋਈ ਓਏ ਓਏ ਕਹਿ ਕੇ ਨਹੀਂ ਬੁਲਾਵੇਗਾ। ਇਹ ਯਾਦ ਰੱਖੀ, ਸਾਰੀ ਤੇਰੀ ਜੈ ਜੈਕਾਰ ਕਰਨਗੇ। ਇਹ ਵਾਹਿਗੁਰੂ ਦਾ ਜਸ ਕਰਨੇ ਕਰਕੇ ਐਨਾ ਮਹਾਤਮ ਮਿਲਦਾ। ਬਖਸ਼ੇ ਅਬ ਜੋ ਕਰੇ ਅਗ ਪਾਸ਼ੇ, ਤੇ ਜਿਹੜੇ ਤੇਰੇ ਪਿਛਲੇ ਕਰਮ ਸੀ ਨਾ, ਉਹ ਸਾਰੇ ਬਖਸ਼ੇ ਜਾਣਗੇ।
ਉਹ ਸਾਰੇ ਨਾਮ ਦੇ ਦੁਆਰਾ ਸਭ ਸੜ ਜਾਣਗੇ। ਸੁਣ ਗੁਰ ਬਚਨ ਤ੍ਰਿਪਤ ਮਨ ਭਾਏ। ਸੁਣ ਕੇ ਅੰਮ੍ਰਿਤਮਈ ਬਚਨ ਸਤਿਗੁਰੂ ਜੀ ਦਾ ਰਾਜੇ ਦਾ ਮਨ ਭਾ ਗਿਆ ਹੈ। ਰਾਜਾ ਬੜਾ ਖੁਸ਼ ਹੋਇਆ। ਰਾਜਾ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਜਸ ਭਾਖੇ ਤਸ ਬਹੁਰ ਕਮਾਏ। ਮਹਾਰਾਜ ਤੁਸੀਂ ਰਹਿਮਤ ਕਰੋ, ਜਿਵੇਂ ਤੁਸੀਂ ਕਿਹਾ ਹੈ ਨਾ ਮੈਂ ਇਨ ਬਿਨ ਕਮਾਵਾਂਗਾ। ਮੈਂ ਤੁਹਾਡਾ ਆਸ਼ੀਰਵਾਦ ਲੈਣਾ ਚਾਹੁੰਦਾ ਹਾਂ, ਕਿਉਂਕਿ ਜੇ ਤੁਸੀਂ ਕਹੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂ ਮਹਾਰਾਜ ਮੈਂ ਤੇ ਹਮੇਸ਼ਾ ਡੁੱਬਾਂਗਾ। ਕਿਉਂਕਿ ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ ਆਪਣੀ ਹੂੰ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ। ਆਪਣੀ ਕਰਨੀ ਕਰਕੇ ਤੇ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲ ਸਕਦੀ ਹੈ, ਪਰ ਤੁਹਾਡੀ ਕਿਰਪਾ ਹੋਏ ਫਿਰ ਸੱਚੇ ਪਾਤਸ਼ਾਹ ਸਾਰੀਆਂ ਖੁਸ਼ੀਆਂ ਸਭ ਕਾਰਜ ਸਿੱਧ ਹੋ ਸਕਦੇ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਬਦਲਿਓ ਰਾਜ ਜਿਤ ਗੁਰ ਭਾਖਾ। ਇਸ ਤਰ੍ਹਾਂ ਹੀ ਫਿਰ ਹੋਇਆ। ਸਤਿਗੁਰਾਂ ਦੀ ਕਿਰਪਾ ਸਦਕਾ ਉਹਦਾ ਰਾਜ ਭਾਗ ਵੱਧ ਗਿਆ, ਕਿਉਂਕਿ ਮਹਾਰਾਜ ਦੇ ਬਚਨ ਵਿੱਚ ਅਟਲਤਾ ਹੀ ਹੈ। ਜਿਹੜਾ ਬਚਨ ਕਰਨਾ ਉਹ ਪੂਰਾ ਹੋਣਾ ਸੀ। ਕਿਤਕ ਦਿਵਸ ਸ੍ਰੀ ਗੁਰ ਤੇਹ ਰਾਖਾ। ਕੁਝ ਕੁ ਦਿਨ ਰਾਜੇ ਨੇ ਸਤਿਗੁਰਾਂ ਨੂੰ ਆਪ ਦੇ ਰਾਜ ਮਹਿਲ ਵਿੱਚ ਰੱਖਿਆ। ਧਰਮ ਦ੍ਰਿੜਾਏ ਦੀਨ ਉਪਦੇਸ਼ਾ। ਉਹਦੇ ਤਾਈਂ ਧਰਮ ਹੀ ਦ੍ਰਿੜ ਕਰਾਇਆ ਹੈ ਤੇ ਸੱਚੇ ਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਵਿਦਾ ਹੋਏ ਗਮਨੇ ਜਗਤੇ ਛਾ। ਫਿਰ ਉੱਥੋਂ ਮਹਾਰਾਜ ਜੀ ਚੱਲ ਕੇ ਅਗਲੀ ਜਗ੍ਹਾ ਗਏ ਹੈ। ਉਹਦਾ ਜ਼ਿਕਰ ਪਏ ਕਰਦੇ। ਇੱਕ ਗ੍ਰਾਮ ਬਨਜਾਰਨ ਕੀਰਾ। ਇੱਕ ਬਨਜਾਰਿਆਂ ਦਾ ਨਗਰ ਸੀ ਸਾਧ ਸੰਗਤ ਜੀ। ਬਨਜਾਰੇ ਇੱਕ ਜਾਤੀ ਹੈ ਜਿਨ੍ਹਾਂ ਵਿੱਚੋਂ ਇਹ ਲੁਬਾਣੇ ਵੀ ਆ ਜਾਂਦੇ। ਇਹ ਵੀ ਵਣਜਾਰਿਆਂ ਦੀ ਜਾਤੀ ਹੈ। ਕਹਿਣ ਲੱਗੇ ਵਣਜਾਰਿਆਂ ਦਾ ਨਗਰ ਸੀ ਉੱਥੇ ਨੇੜੇ ਇੱਕ, ਤੇ ਉੱਥੇ ਸਤਿਗੁਰੂ ਜਦੋਂ ਗਏ ਤਾਂ ਆਏ ਨਿਜ ਕੀਨ ਬਸੇਰਾ। ਉੱਥੇ ਸਤਿਗੁਰੂ ਜੀ ਨੇ ਰਾਤ ਇੱਦਾਂ ਹੀ ਬਤੀਤ ਕੀਤੀ ਹੈ ਬਾਹਰ। ਕਿਤੇ ਕਿਤੇ ਸਤਿਗੁਰੂ ਮਹਾਰਾਜ ਛੱਤ ਦਾ ਆਸਰਾ ਲਿਆ ਕਰਦੇ, ਨਹੀਂ ਤੇ ਖੁੱਲ੍ਹੇ ਅਸਮਾਨ ਵਿੱਚ ਹੀ ਕੁਝ ਸਮਾਂ ਬੈਠ ਜਾਂਦੇ। ਭਾਈ ਬਾਲਾ ਜੀ ਮਰਦਾਨਾ ਜੀ ਉੱਥੇ ਲੇਟ ਜਾਂਦੇ। ਇੱਦਾਂ ਕਹਿਣ ਲੱਗੇ ਉਹ ਵਣਜਾਰਿਆਂ ਦੇ ਨਗਰ ਦੇ ਬਾਹਰ ਹੀ ਸਤਿਗੁਰੂ ਦੀਨ ਦਿਆਲੂ ਮਹਾਰਾਜ ਉੱਥੇ ਆਰਾਮ ਕੀਤਾ। ਤਿਲ ਕੇ ਲਿਖੇ ਹੁੰਦੇ ਜੋ ਨਾਇਕ। ਉਹਨਾਂ ਵਣਜਾਰਿਆਂ ਦੇ ਵਿੱਚ ਇੱਕ ਜਿਹੜਾ ਸਰਪੰਚ ਸੀ ਉੱਥੋਂ ਦਾ ਮੁਖੀਆ ਸੀ, ਉਸ ਦੇ ਘਰ ਸੁਤ ਜਨਮਿਓ ਤੇ ਘਰ ਸੁਖਦਾਇਕ। ਉਹਦੇ ਘਰ ਪੁੱਤਰ ਦਾ ਜਨਮ ਹੋਇਆ ਸੀ ਬੜੇ ਲੰਮੇ ਸਮੇਂ ਬਾਅਦ। ਤੇ ਸੰਤਤ ਪੂਰਬ ਨਹਿ ਕੋਈ। ਕਈ ਸਾਲਾਂ ਪਿੱਛੋਂ ਉਹਦੇ ਘਰ ਅੱਜ ਪੁੱਤ ਜਨਮਿਆ ਸੀ। ਤਕਰੀਬਨ ਬਹੁਤ ਸਾਲ ਉਹਦੇ ਇੱਦਾਂ ਹੀ ਲੰਘੇ ਸੀ। ਅੱਜ ਉਹਦੇ ਘਰ ਪੁੱਤ ਜਨਮਿਆ ਸੀ ਤੇ ਸਤਿਗੁਰੂ ਵੀ ਉੱਥੇ ਨਗਰ ਵਿੱਚ ਪਹੁੰਚੇ ਸੀ। ਉੱਥੋਂ ਦੀ ਵਾਰਤਾ ਕਵੀ ਜੀ ਸੁਣਾਉਂਦੇ। ਤਾਂ ਦਿਨ ਅਧਿਕ ਵਧਾਈ ਹੋਈ। ਉਸ ਦਿਨ ਲੋਕ ਬਹੁਤ ਨੱਚ ਟੱਪ ਰਹੇ ਸੀ। ਸ਼ਰਾਬਾਂ ਕਬਾਬਾਂ ਬਹੁਤ ਮਾਸ ਦੇ ਵਰਤਾਰੇ ਵਰਤ ਰਹੇ ਸੀ। ਕਹਿਣ ਲੱਗੇ ਬੜੇ ਲੋਕ ਖੁਸ਼ ਸੀ ਉੱਥੇ। ਆਨ ਮੁਬਾਰਕ ਮਾਨਵ ਦੇਵਹਿ। ਲੋਕ ਆਣ ਕੇ ਤੇ ਉਸ ਮੁਖੀਏ ਦੇ ਤਾਈਂ ਵਧਾਈਆਂ ਦਿੰਦੇ ਹੈ, ਮੁਬਾਰਕਾਂ ਦਿੰਦੇ ਹੈ ਕਿ ਇਹ ਮੁਖੀਆ ਜੀ ਤੁਹਾਨੂੰ ਵਧਾਈ ਹੋਵੇ, ਤੁਹਾਡੇ ਘਰ ਪੁੱਤ ਜਨਮਿਆ ਹੈ। ਇੱਦਾਂ ਕਰਕੇ ਲੋਕ ਬੜੀਆਂ ਵਧਾਈਆਂ ਦਿੰਦੇ। ਸਭ ਕੀ ਔਰ ਪ੍ਰਸੰਨਤਾ ਦੇਵਹਿ। ਉਹ ਸਾਰਿਆਂ ਦੀ ਪ੍ਰਸੰਨਤਾ ਲੈਣ ਵਾਸਤੇ ਕਹਿੰਦਾ ਤੁਹਾਨੂੰ ਵੀ ਵਧਾਈਆਂ। ਜੇ ਮੈਨੂੰ ਵਧਾਈਆਂ ਤੇ ਤੁਹਾਨੂੰ ਵੀ ਵਧਾਈਆਂ, ਤੁਸੀਂ ਵੀ ਖੁਸ਼ ਰਹੋ। ਇਸ ਤਰ੍ਹਾਂ ਆਪਸ ਵਿੱਚ ਸਾਰਿਆਂ ਨੂੰ ਬੜੀਆਂ ਵਧਾਈਆਂ ਉਹ ਵੀ ਦਿੰਦਾ। ਬੜਾ ਖੁਸ਼ ਸੀ। ਖੁਸ਼ੀ ਨਾਲ ਉਹਦੇ ਪੈਰ ਨਹੀਂ ਸੀ ਲੱਗਦੇ, ਪਰ ਖੁਸ਼ੀ ਤੇ ਜ਼ਰੂਰੀ ਹੈ। ਪਰ ਖੁਸ਼ੀ ਵਿੱਚ ਜੇ ਵਾਹਿਗੁਰੂ ਨੂੰ ਭੁੱਲ ਜਾਈਏ ਉਹ ਖੁਸ਼ੀ ਵੀ ਦੁਖੀ ਕਰਦੀ ਹੈ। ਕੁਛ ਇਹੋ ਜਿਹਾ ਵਾਰਤਾ ਇੱਥੇ ਆਈ। ਮਿਲ ਕਰ ਦੇਤ ਅਸੀਸ ਵਿਸ਼ਾਲਾ। ਜਿਹੜੇ ਵੱਡੇ ਵੱਡੇ ਲੋਕ ਸੀ, ਕੁਝ ਉਮਰਾਂ ਦੇ ਵੱਡੇ ਬਜ਼ੁਰਗ, ਉਹ ਮਿਲ ਕੇ ਮੁਖੀਏ ਨੂੰ ਬੜੀਆਂ ਅਸੀਸਾਂ ਦਿੰਦੇ ਕਿ ਪੁੱਤ ਦੀ ਲੰਮੀ ਆਰਜਾ ਹੋਏ। ਇੱਦਾਂ ਕਰਕੇ ਨਾ ਉਹ ਬਹੁਤ ਲੋਕ ਖੁਸ਼ ਹੋ ਰਹੇ ਹੈ, ਨੱਚ ਰਹੇ ਨੇ, ਟੱਪ ਰਹੇ ਨੇ ਤੇ ਬੜੇ ਆਨੰਦਿਤ ਸਨ ਸਾਰੇ। ਡਾਰਤ ਅਲਤਾ ਬਹੁਰ ਗੁਲਾਲਾ। ਫਿਰ ਉੱਥੇ ਧੂੜ ਉਡਾਉਂਦੇ ਹੈ, ਰੰਗ ਬਰੰਗੀਆਂ ਸੁਗੰਧੀਆਂ ਫੈਲਾਉਂਦੇ ਨੇ, ਫੁੱਲ ਸੁੱਟਦੇ ਇੱਕ ਦੂਸਰੇ 'ਤੇ। ਇੱਦਾਂ ਇੱਕ ਦੂਜੇ 'ਤੇ ਗੁਲਾਲ ਸੁੱਟਦੇ ਆ ਲਾਲ ਰੰਗ ਦਾ। ਖੁਸ਼ੀ ਵੀ ਹੋਈ। ਫਿਰ ਖੁਸ਼ੀ ਕਰਕੇ ਭੁੱਲ ਗਏ ਸਾਰਾ ਕੁਛ। ਸ਼ੁਕਰਾਨਾ ਤਾਂ ਕਰਨਾ ਚਾਹੀਦਾ ਸੀ ਵਾਹਿਗੁਰੂ ਦਾ, ਪਰ ਉਧਰ 'ਤੇ ਖਿਆਲ ਕੋਈ ਨਾ ਕਿਸੇ ਦਾ।
ਆਪਣੇ ਰੰਗ ਰਲੀਆਂ ਵਿੱਚ ਮਸਤ ਸਨ ਸਾਰੇ। ਕਹਿਣ ਲੱਗੇ ਫਿਰ ਉੱਥੇ ਇਹੋ ਜਿਹਾ ਕੁਝ ਵਾਪਰਿਆ ਤੇ ਉਪਬਨ ਮੈਂ ਸ਼੍ਰੀ ਗੁਰ ਆਏ। ਉੱਥੇ ਕੋਲ ਹੀ ਸਤਿਗੁਰੂ ਨਾਲ ਬੈਠੇ ਨੇ, ਦੂਰ ਨਹੀਂ ਸਨ ਮਹਾਰਾਜ। ਜਿਵੇਂ ਥੋੜ੍ਹੀ ਜਿਹੀ ਦੂਰੀ 'ਤੇ ਸਤਿਗੁਰੂ ਸਾਹਮਣੇ ਆ ਕੇ ਬੈਠ ਗਏ ਹੈ। ਦੇਖਣਾ ਚਾਹੁੰਦੇ ਇਹਨਾਂ ਲੋਕਾਂ ਨੂੰ ਕਿ ਭਲਾ ਇਹ ਕੀ ਕਰਦੇ ਆ। ਉੱਥੇ ਬਾਗ ਵਿੱਚ ਉਹ ਨੱਚ ਰਹੇ ਸਨ ਤੇ ਉੱਥੇ ਦੀਨ ਦੁਨੀਆ ਦੇ ਵਾਲੀ ਭਾਈ ਮਰਦਾਨਾ ਜੀ ਬਾਲਾ ਜੀ ਸਾਥ ਆ ਕੇ ਬੈਠ ਗਏ। ਬੈਠੇ ਜਹ ਬਹੁ ਭਗਤ ਵਧਾਏ। ਉੱਥੇ ਬੈਠੇ ਨੇ ਜਿੱਥੇ ਲੋਕ ਆਣ ਕੇ ਵਧਾਈਆਂ ਦਿੰਦੇ ਨੇ, ਖੁਸ਼ੀਆਂ ਖੇੜੇ ਮਨਾ ਰਹੇ, ਕਰਤ ਬਿਲਾਸ ਸਾਂਝ ਪੀ ਗਵਨੇ। ਪਰ ਇੰਨੀ ਹੈਰਾਨੀ ਵਾਲੀ ਗੱਲ, ਅੱਜ ਭਾਈ ਬਾਲਾ ਜੀ ਮਰਦਾਨਾ ਜੀ ਦੇ ਕੋਲ ਹੈਰਾਨੀ ਦੀ ਕੋਈ ਅੰਤ ਨਹੀਂ ਰਹਿ ਗਿਆ ਹੈ। ਕੀ ਹੋਇਆ? ਅੱਗੇ ਜਿੱਥੇ ਸਤਿਗੁਰੂ ਜਾਂਦੇ ਸੀ, ਲੋਕ ਪਹਿਲਾਂ ਆਣ ਕੇ ਸਤਿਗੁਰਾਂ ਦੇ ਚਰਨ ਗ੍ਰਸਦੇ ਸੀ, ਚਰਨ ਫੜਦੇ ਸੀ ਆਣ ਕੇ। ਪਰ ਅੱਜ ਪਹਿਲੀ ਦਫਾ ਇਹੋ ਜਿਹਾ ਕੌਤਕ ਦੇਖਿਆ ਹੈ, ਲੋਕ ਨੱਚ ਰਹੇ ਨੇ, ਟੱਪ ਰਹੇ ਨੇ। ਸਤਿਗੁਰੂ ਨਾਨਕ ਦੇਵ ਜੀ ਵੱਲ ਵੇਖਿਆ ਕਿਸੇ ਨਾ, ਸਾਰੇ ਆਪਣੇ ਰੰਗਾਂ ਵਿੱਚ ਮਸਤ ਨੇ, ਖੁਸ਼ੀਆਂ ਖੇੜੇ ਮਨਾ ਕੇ। ਤੇ ਸ਼ਾਮ ਵੀ ਹੋ ਗਈ ਹੈ। ਕਹਿਣ ਲੱਗੇ ਫਿਰ ਵੀ ਕਿਸੇ ਨੇ ਖਿਆਲ ਨਾ ਕੀਤਾ। ਪ੍ਰਾਪਤ ਹੋਤ ਭਏ ਨਿਜ ਭਵਨੇ। ਉਹ ਸਾਰੇ ਆਪਦੇ ਘਰਾਂ ਨੂੰ ਚਲੇ ਗਏ ਹੈ, ਨੱਚ ਟੱਪ ਕੇ, ਗੀਤ ਗਾ ਕੇ, ਖੁਸ਼ੀਆਂ ਦੇ ਸ਼ਰਾਬ ਪੀ ਕੇ, ਮਸਤ ਹੋ ਕੇ ਘਰਾਂ ਨੂੰ ਚਲੇ ਗਏ। ਕਿਸੇ ਨੇ ਖਿਆਲ ਨਾ ਕੀਤਾ ਕਿ ਇਹ ਫਕੀਰ ਇੱਥੇ ਆਏ ਹੈ, ਇਹਨਾਂ ਨੂੰ ਵੀ ਕੁਝ ਪੁੱਛ ਲਈਏ ਆਪਾਂ। ਪਰ ਨਹੀਂ, ਮਨੁੱਖ ਜਦੋਂ ਖੁਸ਼ੀ ਵਿੱਚ ਹੁੰਦਾ ਹੈ ਨਾ, ਕਿਸੇ ਦਾ ਖਿਆਲ ਨਹੀਂ ਕਰਦਾ ਹੈ, ਆਪਣੇ ਰੰਗਾਂ ਵਿੱਚ ਰਾਜੀ ਹੁੰਦਾ ਹੈ, ਉਹਨੂੰ ਕੀ ਕਿਸੇ ਨਾਲ। ਸੋ ਉਹਨਾਂ ਨੇ ਜਾਣਿਆ ਕਿਸੇ ਨਾਲ ਸਤਿਗੁਰਾਂ ਨੂੰ ਕਿ ਇਹ ਤੇ ਸਰਬੱਤ ਨੇ ਕਲਾਧਾਰੀ ਹੈ, ਨਾ ਕਿਸੇ ਨੇ ਜਾਣਿਆ। ਘਰਾਂ ਨੂੰ ਚੱਲ ਕੇ ਮਹਿ ਸੁਧ ਸ਼੍ਰੀ ਨਾਨਕ ਕੀ ਲੀਨੀ। ਸਤਿਗੁਰਾਂ ਦੀ ਖਬਰ ਹੀ ਨਾ ਲਈ ਹੈ ਕਿ ਮਹਾਰਾਜ ਤੁਸੀਂ ਵੀ ਕੁਝ ਛਕੋਗੇ, ਤੁਸੀਂ ਵੀ ਕੁਝ ਛਕੋਗੇ ਤੇ ਤੁਹਾਡੇ ਵਾਸਤੇ ਵੀ ਕੁਝ ਲਿਆਈਏ। ਕਿਸੇ ਨੇ ਪਰਵਾਹ ਨਾ ਕੀਤੀ। ਬਿਲ ਕਰ ਕਿਸੇ ਨਾ ਬੰਧਨ ਕੀਨੀ। ਦੇਣਾ ਤੇ ਕੀ ਹੈ, ਕਿਸੇ ਨੇ ਪਾਣੀ ਵੀ ਨਾ ਪੁੱਛਿਆ ਤੇ ਫਿਰ ਕਿਸੇ ਨੇ ਮੱਥਾ ਵੀ ਨਾ ਟੇਕਿਆ। ਬਹੁਤ ਉੱਥੇ ਇਹ ਗਜਬ ਦੀ ਗੱਲ ਹੋਈ। ਤੇ ਇਹੋ ਜਿਹਾ ਕੌਤਕ ਦੇਖ ਕੇ ਸਤਿਗੁਰ ਤੇ ਭਲਾ ਇਹੋ ਜਿਹੇ ਆ ਕਿ ਕੋਈ ਦੁਸ਼ਮਣ ਆ ਜੇ, ਕੋਈ ਨਿੰਦਕ ਆ ਜੇ ਤੇ ਭਾਵੇਂ ਕੋਈ ਸ਼ਰਧਾਲੂ ਆ ਜੇ, ਸਤਿਗੁਰੂ ਤੇ ਇੱਕ ਸਮਾਨ ਦੇਖਦੇ ਆ। ਪਰ ਕੋਲ ਖੜੇ ਮਰਦਾਨਾ ਜੀ ਕੋਲ ਨਾ ਰਿਹਾ ਗਿਆ। ਮਰਦਾਨਾ ਜੀ ਕਹਿਣ ਲੱਗੇ ਨਹਿ ਸੁਧ ਸ਼੍ਰੀ ਨਾਨਕ ਕੀ ਲੀਨੀ। ਇਹ ਸਤਿਗੁਰੂ ਜੀ ਮਹਾਰਾਜ ਤੁਹਾਡੀ ਇਹਨਾਂ ਨੇ ਖਬਰ ਹੀ ਨਾ ਲਈ ਹੈ, ਕਿਹੋ ਜਿਹੇ ਮਨੁੱਖ ਹਨ। ਮਿਲ ਕਰ ਕਿਸੇ ਨਾ ਬੰਧਨ ਕੀਨੀ। ਮਿਲ ਕੇ ਕਿਸੇ ਨੇ ਤੁਹਾਨੂੰ ਮੱਥਾ ਵੀ ਨਾ ਟੇਕਿਆ। ਹਰਖ ਭਰੇ ਗਰਬਤ ਸੋ ਗਵਨੇ। ਮਹਾਰਾਜ ਖੁਸ਼ੀ ਨਾਲ ਹੰਕਾਰੇ ਗਏ ਹੈ। ਮਹਾਰਾਜ ਇਹਨਾਂ ਨੂੰ ਚਾਹੀਦਾ ਸੀ ਤੁਹਾਡੀ ਸ਼ਰਨ ਆਉਂਦੇ, ਤੁਹਾਡੇ ਕੋਲ ਆਸ਼ੀਰਵਾਦ ਲੈਂਦੇ, ਫਿਰ ਤੇ ਬੱਚੇ ਨੂੰ ਵੀ ਸਾਰੇ ਸੁੱਖ ਮਿਲਣੇ ਸੀ। ਪਰ ਇਹ ਕਿਹੋ ਜਿਹਾ ਗਜਬ ਹੋ ਗਿਆ, ਤੁਹਾਡੀ ਸਾਰ ਹੀ ਨਾ ਕਿਸੇ ਨੇ ਜਾਣੀ। ਨਹਿ ਸਨਮਾਨ ਨਹਿ ਲੱਖ ਗੁਣ ਭਵਨੇ। ਤੁਹਾਨੂੰ ਗੁਣਾਂ ਦੇ ਖਜ਼ਾਨੇ ਸਮਝ ਕੇ ਇਹਨਾਂ ਨੂੰ ਚਾਹੀਦਾ ਸੀ ਤੁਹਾਡੇ ਚਰਨਾਂ 'ਤੇ ਆਣ ਕੇ ਮੱਥਾ ਟੇਕਦੇ, ਤੁਹਾਡੀ ਸ਼ਰਨ ਤੱਕਦੇ। ਪਰ ਇਹ ਕਿਹੋ ਜਿਹਾ ਦੁਸ਼ਟ ਕਰਮ ਕੀਤਾ। ਕਿਤਕ ਕਾਲ ਪਿੱਛੇ ਮਰਦਾਨੇ। ਕਿੰਨੇ ਕੁ ਸਾਲ, ਕਹਿੰਦੇ ਕਿਤਕ ਕਾਲ, ਕਿੰਨਾ ਕੁ ਸਮਾਂ ਮਰਦਾਨਾ ਜੀ ਇਸ ਤਰ੍ਹਾਂ ਕਹਿ ਰਹੇ ਹਨ। ਸ਼੍ਰੀ ਗੁਰੂ ਸੋ ਅਸ ਬਚਨ ਬਖਾਨੇ। ਸ਼੍ਰੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਰਦਾਨਾ ਜੀ ਇਹ ਬੇਨਤੀਆਂ ਪਏ ਕਰਦੇ। ਖੁਸ਼ੀ ਭਰੇ ਗਰਬਤ ਮਨ ਬੂਢੇ। ਤੇ ਖੁਸ਼ੀ ਨਾਲ ਉਹ ਜਿਹੜੇ ਮਨੁੱਖ ਸੀ ਨਾ, ਉਹ ਤੇ ਹੰਕਾਰੇ। ਮੂੜ ਸੀ ਨਾ। ਫਿਰ ਇੱਕ ਹੁੰਦਾ ਮੂਰਖ, ਮੂਰਖ ਨੂੰ ਕੁਝ ਨਾ ਕੁਝ ਸਮਝਾਇਆ ਜਾ ਸਕਦਾ, ਪਰ ਮੂੜ ਉਹ ਸੁਣਦਾ ਹੀ ਨਹੀਂ ਕਿਸੇ ਦੀ। ਉਹਦੇ ਅੱਗੇ ਤਾਂ ਇੱਦਾਂ ਹੈ ਕਿ ਜਿਵੇਂ ਝੋਟੇ ਦੇ ਅੱਗੇ ਬੀਣ ਵਜਾਉਣੀ। ਉਹ ਮੂੜ ਸਨ ਸਾਰੇ, ਕੋਈ ਸਿਆਣਾ ਨਹੀਂ ਸੀ, ਸਾਰੇ ਗਵਾਰ ਬਿਰਤੀ ਵਾਲੇ ਸੀ। ਕਿਸੇ ਨੇ ਖਿਆਲ ਨਾ ਕੀਤਾ। ਸੁਤ ਜਨਮੇ ਬਹੁ ਮੋਹ ਅਰੂਢੇ। ਤੇ ਸੁਤ ਉਹਨਾਂ ਦਾ ਅੱਜ ਜਨਮਿਆ ਸੀ ਤੇ ਅੱਜ ਹੀ ਮੋਹ ਤੇ ਸਵਾਰ ਹੋ ਗਏ। ਸੋ ਅੱਗੇ ਜਿਵੇਂ ਵਾਰਤਾ ਆਏਗੀ ਕਿ ਉਹ, ਸੋ ਫਿਰ ਉਸ ਤਰ੍ਹਾਂ ਅੱਗੇ ਸੁਣੋ। ਤੁਮਰੇ ਕਛਨਾ ਸਨਮਾਨ ਨਾ ਕੀਨਾ। ਸਤਿਗੁਰੂ ਜੀ ਨੂੰ ਬਾਲਾ ਜੀ ਕਹਿ ਰਹੇ ਹੈ, ਮਰਦਾਨਾ ਜੀ ਕਹਿੰਦੇ ਹੈ ਮਹਾਰਾਜ ਤੁਹਾਡਾ ਸਤਿਕਾਰ ਨਹੀਂ ਕੀਤਾ ਉਹਨਾਂ ਨੇ। ਭੇਟ ਨਾ ਦੀਨ ਅਤੀਤ ਨਾ ਕੀਨਾ। ਮਹਾਰਾਜ ਚਲੋ ਠੀਕ ਹੈ, ਸਾਡੀ ਗੱਲ ਕੋਈ ਨਹੀਂ ਹੈ, ਅਸੀਂ ਤੇ ਨਾ ਵੀ ਕੁਛ ਖਾਂਦੇ ਤਾਂ ਵੀ ਚੱਲ ਜਾਣਾ ਸੀ। ਪਰ ਮਹਾਰਾਜ ਤੁਸੀਂ ਤੇ ਸਭ ਕੁਛ ਕਲਾਧਾਰੀ ਹੋ, ਤੁਹਾਨੂੰ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਸੀ ਨਾ। ਤੁਸੀਂ ਤੇ ਮਹਾਰਾਜ ਵਿਰਾਗੀ ਤਿਆਗੀ ਹੋ, ਤੁਹਾਡੇ ਅੰਦਰ ਤਾਂ ਸਤਿਗੁਰੂ ਸਾਰੇ ਗੁਣ ਹੈ। ਤੁਹਾਨੂੰ ਦੇਖ ਕੇ ਤਾਂ ਮਹਾਰਾਜ ਪਸ਼ੂ ਵੀ ਜਿਹੜਾ ਹੈ ਨਾ, ਉਹ ਵੀ ਆਪ ਦੇ ਚੰਚਲ ਸੁਭਾਅ ਨੂੰ ਤਿਆਗ ਦਿੰਦਾ ਹੈ।
ਫਿਰ ਇਹਨਾਂ ਨੂੰ ਕਿਉਂ ਇਹੋ ਜਿਹਾ ਹੋ ਗਿਆ? ਇੰਨਾ ਹੰਕਾਰ। ਮਹਾਰਾਜ ਇਹ ਹੰਕਾਰ ਕਰਕੇ ਇਹਨਾਂ ਨੂੰ ਦੁੱਖ ਹੋਣਾ ਚਾਹੀਦਾ ਹੈ। ਮਹਾਰਾਜ ਇਹਨਾਂ ਨੇ ਤੁਹਾਡਾ ਸਤਿਕਾਰ ਨਹੀਂ ਕੀਤਾ, ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਹੈ। ਬਾਲਾ ਜੀ ਕਹਿੰਦੇ ਆ, ਮਰਦਾਨਾ ਜੀ ਕਹਿ ਰਹੇ ਨੇ, ਮਹਾਰਾਜ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸਾਡਾ ਸਤਿਕਾਰ ਕਰੇ ਨਾ ਕਰੇ ਕੋਈ ਗੱਲ ਨਹੀਂ, ਪਰ ਤੁਹਾਡਾ ਸਤਿਕਾਰ ਨਹੀਂ ਕੀਤਾ ਇਹਨਾਂ ਨੇ। ਮਹਾਰਾਜ ਸਾਨੂੰ ਬੜਾ ਦੁੱਖ ਲੱਗਿਆ। ਕਰਹਿ ਪਰਸਪਰ ਅਧਿਕ ਵਧਾਈ। ਵੇਖੋ ਕਿਵੇਂ ਆਪਸ ਵਿੱਚ ਵਧਾਈਆਂ ਦਿੰਦੇ ਸੀ, ਖੁਸ਼ੀਆਂ ਖੇੜੇ ਮਨਾਉਂਦੇ ਸਨ। ਇਹ ਮਤ ਮੰਦ ਰਹੇ ਗਰਬਾਈ। ਇਹ ਮੰਦੀ ਮਤ ਵਾਲੇ ਹੰਕਾਰ ਵਿੱਚ ਹੀ ਮਸਤ ਰਹੇ। ਕੁਝ ਤਾਂ ਖਿਆਲ ਕਰਦੇ ਵੀ ਜਿੱਥੇ ਅਸੀਂ ਲੋਕਾਂ ਨੂੰ ਮਠਿਆਈਆਂ ਖਵਾਉਂਦੇ ਪਏ ਹਾਂ, ਆ ਕੁਝ ਕੁ ਮਠਿਆਈ ਇਹਨਾਂ ਨੂੰ ਵੀ ਦੇ ਦਿੰਦੇ। ਜਾਣਾ ਕੀ ਸੀ ਇਹਨਾਂ ਦਾ? ਸਿਰਫ ਸਤਿਕਾਰ ਹੀ ਸੀ ਨਾ। ਇੱਕ ਅਦਬ ਰਹਿ ਜਾਂਦਾ ਕਿਸੇ ਦਾ, ਹੋਰ ਕਿਸੇ ਨੇ ਕੀ ਖਾ ਲੈਣਾ ਹੈ। ਪਰ ਅਦਬ ਇੱਕ ਬਹੁਤ ਵੱਡੀ ਚੀਜ਼ ਹੈ। ਇੱਕ ਮਨਮੁਖ ਹੁੰਦਾ ਹੈ, ਮਨਮੁਖ ਧਨ ਪਿੱਛੇ ਦੌੜਦਾ ਹੈ, ਪਰ ਜਿਹੜੇ ਗੁਰਮੁਖ ਹੈ ਨਾ, ਸੰਤ ਜਨ ਹੈ, ਉਹਨਾਂ ਨੂੰ ਧਨ ਦੀ ਕੋਈ ਗੱਲ ਨਹੀਂ ਹੈ, ਪਰ ਉਹ ਸਤਿਕਾਰ ਚਾਹੁੰਦੇ ਹੈ। ਉਹ ਕਹਿੰਦੇ ਸਾਡਾ ਸਤਿਕਾਰ ਬਰਕਰਾਰ ਰਹੇ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਸਤਿਕਾਰ ਤੇ ਕਰਨਾ ਚਾਹੀਦਾ ਸੀ ਨਾ ਇਹਨਾਂ ਨੂੰ, ਭਾਵੇਂ ਨਾਮ ਹੀ ਕੁਝ ਦਿੰਦੇ ਚੱਲ ਜਾਣਾ ਸੀ, ਸਿਰਫ ਮੱਥਾ ਹੀ ਟੇਕ ਦਿੰਦੇ ਤਾਂ ਵੀ ਅਸੀਂ ਸੋਚਣਾ ਸੀ ਚਲੋ ਤੁਹਾਡਾ ਸਤਿਕਾਰ ਕੀਤਾ ਹੈ। ਮਹਾਰਾਜ ਤੁਹਾਡੇ ਵਿੱਚ ਇੰਨੇ ਗੁਣ, ਇੰਨੀਆਂ ਸ਼ਕਤੀਆਂ, ਆਪ ਸਰਬ ਕਲਾ ਸਮਰੱਥ ਹੋ, ਪਰ ਇਹਨਾਂ ਨੇ ਤੁਹਾਡੇ 'ਤੇ ਇਹੋ ਜਿਹਾ ਸੁਭਾਅ ਵਰਤਾਇਆ। ਮਹਾਰਾਜ ਤੁਸੀਂ ਕਦੇ ਬੋਲਦੇ ਕਿਉਂ ਨਹੀਂ ਹੋ? ਕਿਰਪਾ ਕਰਕੇ ਬੋਲੋ। ਹਾਂ ਗੁਰ ਕਹਿ ਇਹ ਬਾਤ ਜੋ ਆਇਓ। ਸਤਿਗੁਰੂ ਕਹਿਣ ਲੱਗੇ ਕਿ ਜਿਹੜਾ ਇਹਨਾਂ ਘਰ ਪੁੱਤਰ ਜਨਮਿਆ ਹੈ ਨਾ, ਜਿਹੜਾ ਪੁੱਤਰ ਇਹਨਾਂ ਘਰ ਆਇਆ ਹੈ, ਐ ਮੇਰੇ ਮਿੱਤਰ ਮਰਦਾਨੇ ਸੁਣ ਉਸ ਬਾਰੇ ਵੀ ਤੂੰ ਹੁਣ। ਸੋ ਆਪਣੇ ਰਿਣ ਲੈਣੇ ਆਇਓ। ਉਹ ਪੁੱਤਰ ਬਹੁਤਾ ਚਿਰ ਨਹੀਂ ਰਹੇਗਾ ਇਹਨਾਂ ਦੇ ਘਰ। ਉਹ ਆਪ ਦਾ ਸੋ ਪੁਰਾਣਾ ਹੱਕ ਲੈਣ ਵਾਸਤੇ ਆਇਆ ਹੈ, ਕਰਜ਼ਾ ਲੈਣ ਵਾਸਤੇ ਆਇਆ ਹੈ। ਪਹਿਲਾਂ ਪਿਛਲੇ ਜਨਮ ਵਿੱਚ ਇਹਨਾਂ ਦਾ ਕੋਈ ਸੰਬੰਧ ਸੀ, ਸੋ ਉਹ ਜਿਵੇਂ ਅਸੀਂ ਅੱਜ ਕੱਲ੍ਹ ਲੋਕ ਕਰਦੇ ਤੇ ਇੱਦਾਂ ਹੀ ਆ। ਕਲਗੀਧਰ ਜੀ ਦੇ ਸਮੇਂ ਵੀ ਹੋਇਆ ਸੀ ਇਹੋ ਜਿਹਾ ਕੁਛ। ਕਿਸੇ ਸਿੱਖ ਨੇ ਸਿੱਖ ਕੋਲੋਂ ਪੈਸੇ ਲੈ ਲਏ, ਮੁੜ ਕੇ ਦਵੇ ਨਾ, ਵਾਪਸ ਨਾ ਕਰੇ। ਸਿੱਖ ਵਿਚਾਰਾ ਪੈਸੇ ਮੰਗੇ ਆਪਣੇ, ਤੇ ਉਹ ਆਖੇ ਕਹਿਣ ਲੱਗਾ ਜਦੋਂ ਗੁਰੂ ਕਾ ਸਿੱਖ ਕੋਲ ਮੰਗੇ ਤੇ ਫਿਰ ਵਾਪਸ ਨਹੀਂ ਮੰਗਣੇ ਚਾਹੀਦੇ। ਇਹਦਾ ਆਖੇ ਸਿਆਣਾ ਬਣੇ, ਚਤੁਰਾਈਆਂ ਦਿਖਾਏ। ਤੇ ਕਲਗੀਧਰ ਜੀ ਨੇ ਗੱਲ ਸੁਣ ਲਈ ਸਾਰੀ। ਫਿਰ ਸਤਿਗੁਰੂ ਜੀ ਨੇ ਕਿਹਾ ਵੀ ਸਿੱਖ ਉਹ ਹੈ ਜਿਹੜਾ ਹੱਕ ਨਾ ਖਾਏ। ਮਰ ਨੇ ਕਿਹਾ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਗੁਰ ਪੀਰ ਹਾਮਾ ਧਾਂ ਪਰੈ, ਜਾਂ ਮੁਰਦਾਰ ਨਾ ਖਾਏ। ਮਹਾਰਾਜ ਕਹਿਣ ਲੱਗੇ ਜਿਹੜਾ ਕਿਸੇ ਦਾ ਹੱਕ ਖਾਣਾ ਹੈ ਨਾ, ਇਹਦੇ ਵਰਗਾ ਕੋਈ ਪਾਪ ਨਹੀਂ ਹੈ। ਇਸ 'ਤੇ ਗੁਰੂ ਪੀਰ ਵੀ ਚੁੱਪ ਹੋ ਜਾਂਦੇ ਆ, ਕਹਿੰਦੇ ਤੂੰ ਆਪਣਾ ਕੀਤਾ ਆਪੇ ਭੋਗ। ਇਹ ਕੋਈ ਪੁਰਾਣਾ ਲੇਖਾ ਜੋਖਾ ਸੀ ਇਹਨਾਂ ਦਾ। ਸੋ ਉਹ ਬੱਚਾ ਆਪ ਦਾ ਹਿਸਾਬ ਲੈਣ ਵਾਸਤੇ ਇਹਨਾਂ ਘਰ ਜਨਮਿਆ ਸੀ। ਪੂਰਬ ਜਨਮ ਜਿਤੋ ਇਸ ਤਾਹੀ। ਜਿੰਨਾ ਵੀ ਨਾ ਪਹਿਲੇ ਜਨਮ ਵਿੱਚ ਕਿਸੇ ਦਾ ਕੌਡੀ ਦਮੜਾ ਵੀ ਰਹਿ ਗਿਆ ਹੋਏ ਨਾ, ਉਹਦਾ ਵੀ ਹਿਸਾਬ ਕਿਤਾਬ ਲੈਣਾ ਪੈਂਦਾ ਹੈ। ਸੋ ਇਹ ਕੋਈ ਭਰਮ ਵਿੱਚ ਨਾ ਪਏ ਕਿ ਜਦੋਂ ਸਰੀਰ ਖਤਮ ਹੋ ਗਿਆ ਕਿ ਗੱਲ ਖਤਮ ਹੋ ਗਈ। ਲੇਖਾ ਜੋਖਾ ਬਰਕਰਾਰ ਰਹਿੰਦਾ ਹੈ। ਇਸ ਵਾਸਤੇ ਉਹਦਾ ਕੁਝ ਰਹਿੰਦਾ ਸੀ ਲੇਖਾ ਜੋਖਾ ਉਸ ਬੱਚੇ ਦਾ। ਉਹ ਆਪ ਦਾ ਹਿਸਾਬ ਕਿਤਾਬ ਲੈਣ ਵਾਸਤੇ ਇਸ ਮੁਖੀਏ ਦੇ ਘਰ ਜਨਮਿਆ। ਸੋ ਦੇ ਭੋਰ ਹੁਤ ਮਰ ਜਾਹੀ। ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਤੂੰ ਦੇਖੀ ਚੱਲ ਰੰਗ ਕਰਤਾਰ ਦੇ। ਇਹ ਜਿਹੜੇ ਬੜੇ ਖੁਸ਼ ਹੈ ਨਾ, ਸਵੇਰੇ ਵੇਖੀ ਇਹਨਾਂ ਦੇ ਘਰ ਕੀ ਬਣਨਾ ਹੈ। ਦੁਖੀ ਹੋਣਗੇ ਵਿਚਾਰੇ, ਸਾਨੂੰ ਤੇ ਇਹਨਾਂ 'ਤੇ ਤਰਸ ਆ ਰਿਹਾ ਸੀ, ਅਸੀਂ ਕੀ ਬੋਲਣਾ ਸੀ। ਇਹ ਦੁਖੀ ਹੋਣਗੇ ਸਵੇਰੇ ਉਹ ਬੱਚਾ ਮਰ ਜਾਏਗਾ। ਅੱਜ ਜਨਮਿਆ ਹੈ, ਕੱਲ੍ਹ ਨੂੰ ਚਲੇ ਜਾਏਗਾ, ਕਿਉਂਕਿ ਉਹ ਆਪਣਾ ਹਿਸਾਬ ਲੈਣ ਵਾਸਤੇ ਆਇਆ ਹੈ। ਹਿਸਾਬ ਲੈ ਕੇ ਉਹਨੇ ਚਲੇ ਜਾਣਾ ਹੈ। ਜਿੰਨਾ ਉਹਦਾ ਹਿਸਾਬ ਸੀ, ਆਹ ਖਰਚਾ ਪਾਣੀ ਜਿਹੜਾ ਸਾਰਾ ਉਹਦੇ 'ਤੇ ਲੱਗਦਾ ਹੈ ਨਾ, ਇਹ ਸਾਰਾ ਉਹਦਾ ਹੀ ਧਾਨ ਸੀ। ਉਹ ਆਪਣਾ ਧਾਨ ਇਸ ਤਰ੍ਹਾਂ ਲੈ ਕੇ ਗਿਆ, ਕੱਲ੍ਹ ਨੂੰ ਚਲੇ ਜਾਵੇਗਾ। ਇਸ ਤੋਂ ਦੈ ਹੈ ਸੰਕਟ ਭਾਰਾ। ਇਹ ਸਾਰੇ ਪਰਿਵਾਰ ਨੂੰ ਇੱਕ ਵਾਰੀ ਝੰਜੋਰ ਜਾਏਗਾ। ਪਹਿਲਾਂ ਤਾਂ ਦੁਖੀ ਹੈ ਹੀ ਸੀ, ਪਰ ਹੁਣ ਵੱਡਾ ਦੁੱਖ ਲੱਗੇਗਾ। ਦੁਖੀ ਹੈ ਵਿਚਾਰੇ, ਅਸੀਂ ਤਾਈਓ ਬੋਲ ਨਹੀਂ ਰਹੇ। ਰੁਦਨ ਕਰਹਿ ਕਹਿ ਬਾਲ ਹਮਾਰਾ। ਰੋਣਗੇ ਵਿਚਾਰੇ, ਕਹਿਣਗੇ ਸਾਡਾ ਪੁੱਤਰ ਕਿਉਂ ਚਲਿਆ ਗਿਆ। ਭਾਵੇਂ ਕੱਲ੍ਹ ਮਿਲਿਆ ਹੈ, ਅੱਜ ਹੀ ਆਪਣਾ ਹੋ ਗਿਆ। ਜਿਹਦੇ ਕੋਲ ਪਹਿਲਾਂ ਸੀ ਉਹ ਕਿਹਦਾ ਸੀ ਫੇਰ। ਪਰ ਇਹ ਰੋਣਗੇ, ਕਹਿਣਗੇ ਸਾਡਾ ਪੁੱਤਰ ਖਤਮ ਹੋ ਗਿਆ। ਮੋਹ ਫਾਸ ਮੈਂ ਫਸ ਕਰ ਆਪਾ। ਮੋਹ ਦੀ ਫਾਹੀ ਵਿੱਚ ਫਸ ਕੇ ਇਹ ਮਨੁੱਖ ਕਹਿਣਗੇ ਸਾਡਾ ਪੁੱਤਰ ਕਿਉਂ ਮਰ ਗਿਆ। ਇਸ ਤਰ੍ਹਾਂ ਕਹਿਣਗੇ, ਮੋਹ ਦੇ ਵਿੱਚ ਵਿਚਾਰੇ ਫਸੇ ਹੋਏ।
ਸਤਿਗੁਰੂ ਜੀ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਗੁੱਸਾ ਨਾ ਕਰ, ਇਹ ਵਿਚਾਰਿਆਂ ਨੇ ਕੱਲ੍ਹ ਨੂੰ ਦੁੱਖ ਭੋਗਣਾ ਹੈ, ਅੱਜ ਖੇਡਣ ਦੇ ਇਹਨਾਂ ਦਾ ਸਮਾਂ ਹੈ। ਉਹੋ ਜਿਹੇ ਬਚਨ ਕਰਦੇ, ਮਿਲ ਕਰ ਕਰਹਿ ਵਿਲਾਪ ਕਲਾਪਾ, ਮਿਲ ਕਰਕੇ ਵਿਰਲਾਪ ਕਰਨਗੇ ਸਾਰੇ। ਇਸ ਬਿਦ ਕਹਿ ਕਹਿ ਕਰ ਕਹਿ ਅਨੁਰਾਗਾ, ਇਸ ਤਰ੍ਹਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਬਰਿਹਾਰ ਜਾ ਰਹੇ ਨੇ। ਵੈਰਾਗ ਵਿੱਚ ਆ ਕੇ ਸਤਿਗੁਰੂ ਜੀ ਨੇ ਪ੍ਰੇਮ ਵਿੱਚ ਭਿੱਜ ਕੇ ਇੱਕ ਸ਼ਬਦ ਗਾਇਆ, ਉਚਰਿਓ ਸ਼ਬਦ ਗਾਏ ਮੁਖ ਰਾਗਾ। ਸੋ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਹੈ ਜੋ ਸਤਿਗੁਰੂ ਜੀ ਨੇ ਹੁਣ ਗਾਇਆ। ਮਰਦਾਨੇ ਤਬ ਆਏ ਸਪਾਈ, ਮਰਦਾਨੇ ਨੂੰ ਕਹਿ ਲੱਗੇ, ਮਰਦਾਨੇ ਰਬਾਬ ਸ਼ੇਰ ਬਾਣੀ ਆਈ ਹੈ, ਲੈ ਰਬਾਬ ਸੁਰਤਾਰ ਵਜਾਈ। ਮਰਦਾਨੇ ਨੇ ਫਿਰ ਉਸ ਵੇਲੇ ਰਬਾਬ ਵਜਾਈ ਹੈ। ਵੈਸੇ ਇਹ ਤੁਹਾਨੂੰ ਦੱਸ ਦਈਏ, ਇਹ ਜਿਹੜਾ ਸ਼ਬਦ ਆਉਣ ਲੱਗਾ ਹੈ ਨਾ, ਇਹ ਸ਼ਬਦ ਸਤਿਗੁਰਾਂ ਨੇ ਕਦੋਂ ਉਚਾਰਿਆ ਸੀ? ਜਿਸ ਵਕਤ ਉਹਨਾਂ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ ਨਾ, ਸਾਰੇ ਲੱਗੇ ਵਿਰਲਾਪ ਕਰਨ। ਵਿੱਚੋਂ ਸਿਆਣਿਆਂ ਨੇ ਗੱਲ ਕਹੀ, ਕਹਿਣ ਲੱਗੇ ਜਿਹੜੇ ਫਕੀਰਾਂ ਨੂੰ ਅਸੀਂ ਕੱਲ੍ਹ ਕੋਈ ਦਿੱਤਾ ਨਹੀਂ ਨਾ, ਲੱਗਦਾ ਉਹਨਾਂ ਨੇ ਕੁਝ ਨਾ ਕੁਝ ਕਰ ਦਿੱਤਾ ਹੈ। ਬੜੇ ਪਛਤਾਉਣ ਲੱਗੇ, ਪਰ ਕੀਤਾ ਤੇ ਆਪਣਾ ਹੀ ਸਾਰਾ ਕੁਛ ਸੀ। ਪਰ ਹੁਣ ਸੰਸਾ ਗੁਰਾਂ 'ਤੇ ਕਰਨ ਲੱਗੇ। ਸਤਿਗੁਰਾਂ ਕੋਲ ਬੱਚੇ ਨੂੰ ਲੈ ਕੇ ਆ ਗਏ ਆ। ਉਹਨਾਂ ਦਾ ਚਾਚਾ ਰੋ ਰਿਹਾ, ਬੱਚੇ ਦਾ ਪਿਓ ਵੀ ਬੜਾ ਰੋ ਰਿਹਾ ਹੈ। ਸਤਿਗੁਰੂ ਚੁੱਪ ਕਰਾ ਰਹੇ ਨੇ। ਕਹਿਣ ਲੱਗੇ, ਮਹਾਂਪੁਰਸ਼ੋ ਸਾਡੇ ਕੋਲੋਂ ਭੁੱਲ ਹੋ ਗਈ, ਸਾਨੂੰ ਬਖਸ਼ ਦਿਓ। ਸਤਿਗੁਰੂ ਕਹਿਣ ਲੱਗੇ, ਵਾਹਿਗੁਰੂ ਦੀ ਅਮਾਨਤ ਹੈ, ਸਾਡਾ ਕੀ ਜ਼ੋਰ ਹੈ। ਜਦੋਂ ਤਰਲੇ ਕੀਤੇ, ਕਹਿਣ ਲੱਗੇ ਤੁਸੀਂ ਵੀ ਤਾਂ ਵਾਹਿਗੁਰੂ ਦਾ ਰੂਪ ਹੋ ਨਾ। ਜਦੋਂ ਇਹ ਗੱਲ ਕੀਤੀ ਹੈ, ਫਿਰ ਤੇ ਮਰਦਾਨੇ ਨੇ ਕਿਹਾ, ਮਹਾਰਾਜ ਕਿਰਪਾ ਕਰ ਦਿਓ, ਹਾਂ ਤੁਸੀਂ ਅੱਗੇ ਕਈਆਂ ਦੀ ਜਾਨ ਬਚਾਈ ਹੈ, ਇਹ ਬੱਚਾ ਤੁਹਾਡੇ ਵਾਸਤੇ ਕਿਹੜੀ ਗੱਲ ਹੈ। ਫਿਰ ਸਤਿਗੁਰੂ ਜੀ ਨੇ ਕਿਹਾ, ਮਰਦਾਨੇ ਰਬਾਬ ਸ਼ੇਰ। ਇਹ ਸ਼ਬਦ ਪੜ੍ਹਦਿਆਂ ਸਾਰ ਉਹ ਬੱਚਾ ਹੋਸ਼ ਵਿੱਚ ਆ ਗਿਆ ਸੀ। ਇਹ ਸ਼ਬਦ ਹੁਣ ਜਿਹੜਾ ਆ ਰਿਹਾ ਹੈ, ਇਹ ਸ਼ਬਦ ਜਦੋਂ ਉਚਾਰਿਆ ਹੈ ਨਾ ਸਤਿਗੁਰਾਂ ਨੇ, ਇਹੋ ਜਿਹੀ ਬਾਣੀ ਦੀਆਂ ਤਰੰਗਾਂ ਉੱਠੀਆਂ, ਬੱਚੇ ਦੇ ਹੱਥ ਪੈਰ ਹਿੱਲਣ ਲੱਗ ਪਏ। ਬੱਚਾ ਉਸੇ ਵੇਲੇ ਉੱਠ ਪਿਆ, ਸੋ ਰੋਣ ਲੱਗ ਪਿਆ। ਉਹ ਸ਼ਬਦ ਆ ਰਿਹਾ, ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ, ਘਰ ਪਹਿਲਾ। ਸ੍ਰੀ ਰਾਗ ਵਿੱਚ ਪਹਿਰਿਆਂ ਦੀ ਬਾਣੀ ਸਤਿਗੁਰਾਂ ਨੇ ਉਚਾਰੀ ਹੈ। ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਉਚਾਰੀ ਹੈ। ਇਸ ਵਾਸਤੇ ਮਹੱਲਾ ਪਹਿਲਾ ਉਚਾਰਿਆ। ਪਹਿਰੈ ਪਹਿਲਾ ਪਹਿਰੈ ਰਹਿਣ ਕੈ, ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਸਤਿਗੁਰੂ ਜੀ ਨੇ ਕਿਹਾ, ਇਹ ਜੀਵ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਨਾ, ਤੇਰਾ ਜੀਵਨ ਰੂਪੀ ਪਹਿਲਾ ਪੈਰ ਉੱਥੇ ਬਤੀਤ ਹੋਣਾ ਸ਼ੁਰੂ ਹੋ ਗਿਆ ਸੀ। ਜਦੋਂ ਮਾਂ ਦੇ ਗਰਭ ਵਿੱਚ ਤੂੰ 9 ਮਹੀਨੇ ਰਿਹਾ ਹੈ ਨਾ, ਉਦੋਂ ਹੀ ਤੇਰਾ ਜਿਹੜਾ ਦਿਨ ਸੀ ਉਦੋਂ ਹੀ ਘਟਣ ਲੱਗ ਪਏ ਸੀ। ਪਹਿਲਾ ਪਹਿਰਾ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਵਾਹਿਗੁਰੂ ਦੇ ਹੁਕਮ ਅਨੁਸਾਰ ਤੂੰ ਗਰਭ ਵਿੱਚ ਆਇਆ, ਸਰੀਰ ਤੇ ਬਣ ਲੱਗ ਪਿਆ ਸੀ, ਪਰ ਸਰੀਰ ਵਿੱਚ ਤੂੰ ਕਦੋਂ ਪ੍ਰਵੇਸ਼ ਹੋਇਆ, ਇਸ ਬਾਰੇ ਵਿਗਿਆਨ ਵੀ ਚੁੱਪ ਹੈ। ਵਿਗਿਆਨ ਇੰਨਾ ਦੱਸ ਸਕਦਾ ਹੈ ਕਿ ਸਰੀਰ ਕਦੋਂ ਤੋਂ ਬਣਨਾ ਸ਼ੁਰੂ ਹੋਇਆ ਸੀ, ਪਰ ਰੂਹ ਨੇ, ਆਤਮਾ ਨੇ ਕਦੋਂ ਸਰੀਰ ਵਿੱਚ ਪ੍ਰਵੇਸ਼ ਕੀਤਾ, ਇਹਦੇ ਬਾਰੇ ਕੋਈ ਦੱਸ ਹੀ ਨਹੀਂ ਸਕਦਾ ਹੈ। ਕਿਸੇ ਕੋਲ ਇਹ ਲਫ਼ਜ਼ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਵਾਹਿਗੁਰੂ ਦੇ ਹੁਕਮ ਅਨੁਸਾਰ ਤੂੰ ਸਰੀਰ ਵਿੱਚ ਆਪਣੇ ਆਪ ਨੂੰ ਪ੍ਰਵੇਸ਼ ਕੀਤਾ। ਗੁਰਦ ਤਪ ਅੰਤਰ ਕਰੇ, ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਤੂੰ ਉਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਸੀ। ਜਦੋਂ ਤੇਰਾ ਸਿਰ ਥੱਲੇ ਸੀ, ਤੇਰੇ ਜਿਹੜੇ ਪੈਰ ਸੀ ਉਹ ਉੱਪਰ ਸੀ, ਉਦੋਂ ਤੂੰ ਕਹਿੰਦਾ ਸੀ, ਵਾਹਿਗੁਰੂ ਇੱਕ ਵਾਰੀ ਮੈਨੂੰ ਕਿਰਪਾ ਕਰਕੇ ਕੱਢ ਦਿਓ ਬਾਹਰ, ਮੈਂ ਤੁਹਾਡੀ ਬੰਦਗੀ ਕਰਿਆ ਕਰਾਂਗਾ, ਮੈਂ ਤੁਹਾਨੂੰ ਯਾਦ ਕਰਿਆ ਕਰਾਂਗਾ। ਇਹੋ ਜਿਹੀਆਂ ਤੂੰ ਬੇਨਤੀਆਂ ਕਰਦਾ ਸੀ। ਉਦੋਂ ਵਾਹਿਗੁਰੂ ਅੱਗੇ ਅਰਦਾਸਾਂ ਕਰਦਾ ਸੀ, ਮੈਨੂੰ ਯਾਦ, ਕਹਿਣ ਲੱਗਾ ਮੇਰੇ 'ਤੇ ਕਿਰਪਾ ਕਰੋ। ਇਸ ਵਾਸਤੇ ਸੰਤ ਜਨ ਤਾਂ ਕਹਿੰਦੇ ਆ ਕਿ ਜਦੋਂ ਮਾਂ ਦੇ ਗਰਭ ਵਿੱਚ ਪੁੱਤਰ ਹੁੰਦਾ ਹੈ ਨਾ, ਜਾਂ ਕੋਈ ਬੱਚਾ ਹੁੰਦਾ ਮਾਂ ਦੇ ਗਰਭ ਵਿੱਚ, ਉਸ ਵੇਲੇ ਉਹ ਬ੍ਰਹਮ ਗਿਆਨੀ ਹੁੰਦਾ ਹੈ, ਕਿਉਂਕਿ ਉਸ ਵੇਲੇ ਉਹਨੂੰ ਰੱਤੀ ਮਾਤਰ ਵੀ ਵਾਹਿਗੁਰੂ ਯਾਦ ਨਹੀਂ ਰਹਿੰਦਾ ਹੈ। ਨਹੀਂ ਤੇ ਇੰਨਾ ਦੁੱਖ ਮਾਂ ਦੇ ਗਰਭ ਦਾ, ਜੇਕਰ ਮਾਂ ਰੋੜ ਵੀ ਖਾ ਲਏ, ਇੰਨੀ ਜਠਰ ਅਗਨੀ ਤੇਜ਼ ਹੁੰਦੀ ਕਿ ਉਹ ਰੋੜ ਵੀ ਭਸਮ ਹੋ ਜਾਂਦਾ ਹੈ। ਉਸ ਜਠਰ ਅਗਨੀ ਵਿੱਚ ਬੱਚਾ ਕਿਵੇਂ ਰਹਿ ਰਿਹਾ ਹੈ? ਵਾਹਿਗੁਰੂ ਦੇ ਨਾਮ ਕਰਕੇ, ਉਹਦੀ ਬੰਦਗੀ ਕਰਕੇ ਬਚੀ ਜਾਂਦਾ ਹੈ। ਕਹਿਣ ਲੱਗੇ, ਉਦੋਂ ਤੂੰ ਯਾਦ ਕਰਦਾ ਸੀ, ਸੇਤੀ ਖਸਮ ਸੇਤੀ ਅਰਦਾਸ ਲਖਾਣਾ, ਉਰਥ ਧਿਆਨ ਲਿਵ ਲਾਗਾ। ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦਾ ਸੀ, ਜਿਸ ਵਾਸਤੇ ਤੇਰਾ ਧਿਆਨ ਵਾਹਿਗੁਰੂ ਦੇ ਚਰਨਾਂ ਵਿੱਚ ਲੱਗਾ ਸੀ, ਤੇ ਤੈਨੂੰ ਉਹ ਦੁੱਖ ਨਹੀਂ ਸੀ ਲੱਗਦਾ।
ਤੂੰ ਦੁੱਖ ਨੂੰ ਵੀ ਪ੍ਰਵਾਨ ਕੀਤਾ ਸੀ ਉਸ ਵੇਲੇ। ਨਾਮ ਯਾਦ ਆਇਆ ਕਲ ਭੀਤਰ, ਬਾਗੁੜ ਜਾਸੀ ਮੰਗਾ। ਹੁਣ ਤੂੰ ਬੜੇ ਅਤਰ ਫਰੇਲੇ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲਾਉਣਾ ਹੈ ਤਨ ਨੂੰ, ਪਰ ਯਾਦ ਰੱਖ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਨਾ, ਉਦੋਂ ਨਾ ਮਰਯਾਦ, ਤੇਰਾ ਕੋਈ ਮਰਯਾਦਾ ਨਹੀਂ ਸੀ ਤਨ ਦੀ। ਤੂੰ ਗੰਦਗੀ ਵਿੱਚ ਪਿਆ ਸੀ ਉਸ ਵੇਲੇ। ਯਾਦ ਕਰ ਕਿਵੇਂ ਭੁੱਲ ਗਿਆ ਹੈ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਉਰਦਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਜਦੋਂ ਮਾਂ ਦੇ ਗਰਭ ਵਿੱਚ 10 ਮਹੀਨੇ ਸੀ, ਉਹ ਦਿਨ ਕਿਵੇਂ ਭੁੱਲ ਗਿਆ ਹੈ। ਹੁਣ ਤੂੰ ਚੱਲ ਕਰ ਟੇਢੇ ਟੇਢੇ ਟੇਢੇ, ਕਿਉਂ ਟੇਢਾ ਚੱਲਦਾ ਹੈ ਹੰਕਾਰ ਵਿੱਚ, ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਹੈ। ਹੁਣ ਕਹਿ ਲੱਗੇ ਕਿਉਂ ਭੁੱਲ ਗਿਆ ਆਪਣਾ ਸਮਾਂ। ਉਹ ਸਮਾਂ ਯਾਦ ਕਰ। ਤੈਨੂੰ ਕੁਝ ਚੇਤੇ ਆਏ ਕਿ ਜਿਹਨੇ ਤੇਰੀ ਮਾਂ ਦੇ ਗਰਭ ਵਿੱਚ ਰੱਖਿਆ ਕੀਤੀ ਸੀ ਨਾ, ਮਾਤ ਗਰਭ ਮੈਂ ਹੈ ਆਪਨ ਸਿਮਰਨ ਦੇ ਤਹਿਤ ਮੁਰਾਖਨ ਹਾਰੇ। ਜਿੱਥੇ ਉੱਥੇ ਆਪਣਾ ਸਿਮਰਨ ਦੇ ਕੇ ਰੱਖ ਲਿਆ ਸੀ, ਕੀ ਤੇਰੀ ਇਸ ਜਗਤ ਵਿੱਚ ਰੱਖਿਆ ਨਾ ਕਰਨਗੇ, ਕੀ ਤੇਰੀ ਇੱਥੇ ਮਦਦ ਨਾ ਕਰਨਗੇ, ਪਰ ਫਿਰ ਵੀ ਖਾਵਾਂ ਖਾਂ ਤੂੰ ਵਾਹਿਗੁਰੂ ਤੇ ਸਬਸਾ ਕਰਦਾ ਹੈ। ਤੂੰ ਕਹਿੰਦਾ ਵਾਹਿਗੁਰੂ ਨੇ ਦਿੱਤਾ ਮੈਨੂੰ ਕੁਛ ਨਹੀਂ ਹੈ। ਯਾਦ ਕਰੋ ਦੇ ਗੁਣਾਂ ਨੂੰ ਕਲ ਭੀਤਰ, ਜੈਸੀ ਕਲਮ ਗੁੜੀ ਹੈ ਮਸਤਕ, ਤੈਸੀ ਜੀਏ ਦੇ ਪਾਸ। ਜਿਹੋ ਜਿਹੇ ਤੇਰੇ ਮੱਥੇ 'ਤੇ ਲਕੀਰਾਂ ਵਗੀਆਂ ਨਾ, ਜੋ ਕੋਈ ਵੀ ਨਹੀਂ ਦੱਸ ਸਕਦਾ ਕਿ ਇਹਨੇ ਕਿੰਨਾ ਚਿਰ ਜਿਉਣਾ ਹੈ, ਇਹ ਕਿਸੇ ਕੋਲ ਸ਼ਬਦਾਂ ਨਹੀਂ ਹੈ। ਕਹਿ ਲੱਗੇ ਜਿਹੜੀ ਕਲਮ ਵਗੀ ਹੈ ਨਾ ਵਾਹਿਗੁਰੂ ਦੀ, ਤੇਰੇ ਮੱਥੇ 'ਤੇ ਉਗੜੇ ਹੋਏ ਲੇਖ ਨੇ, ਉਹਨਾਂ ਚਿਰ ਤੂੰ ਸੰਸਾਰ ਵਿੱਚ ਰਹੇਗਾ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ। ਸਤਿਗੁਰੂ ਕਹਿਣ ਲੱਗੇ ਇਸ ਤਰ੍ਹਾਂ ਵਾਹਿਗੁਰੂ ਦੇ ਹੁਕਮ ਵਿੱਚ ਤੂੰ ਗਰਭ ਧਾਰਿਆ, ਵਾਹਿਗੁਰੂ ਦੇ ਹੁਕਮ ਵਿੱਚ ਤੂੰ ਮਾਂ ਦੇ ਗਰਭ ਵਿੱਚ ਟਿਕਿਆ ਰਿਹਾ। ਪਰ ਜਦੋਂ ਮਾਂ ਦੇ ਗਰਭ ਵਿੱਚੋਂ ਤੂੰ ਬਾਹਰ ਆਇਆ, ਉਸੋਂ ਕੀ ਹੋਇਆ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜਦੋਂ ਦੂਸਰਾ ਪਹਿਰ ਹੋਇਆ, ਜਦੋਂ ਤੂੰ ਸੰਸਾਰ ਵਿੱਚ ਆਇਆ ਹੈ, ਕਹਿਣ ਲੱਗੇ ਉਦੋਂ ਤੇਰਾ ਧਿਆਨ ਵਿਸਰ ਗਿਆ। ਕਿਉਂ ਭੁੱਲ ਗਿਆ ਹੈ। ਉਦੋਂ ਤੈਨੂੰ ਮੋਹ ਨੇ ਇਸ ਤਰ੍ਹਾਂ ਜਕੜ ਲਿਆ ਜਿਵੇਂ ਕਿਸ ਵਕਤ ਹਾਥੀ ਨੂੰ ਤੇਂਦੂਏ ਨੇ ਜਕੜਿਆ ਸੀ, ਇਸ ਤਰ੍ਹਾਂ ਤੂੰ ਜਕੜਿਆ ਗਿਆ। ਹੱਥੋਂ ਹੱਥ ਨਚਾਈ ਗਏ ਵਣਜਾਰਿਆ ਮਿੱਤਰਾ, ਜਿਉਂ ਜਸਦਾ ਘਰ ਕਾ। ਇਸ ਤਰ੍ਹਾਂ ਤੇਰੇ ਘਰ ਵਾਲੇ ਮਾਤਾ ਪਿਤਾ ਸੰਬੰਧੀ ਤੈਨੂੰ ਨਚਾਉਂਦੇ ਸੀ। ਹੱਥੋਂ ਹੱਥ ਨਚਾਈ ਗਏ ਪ੍ਰਾਣੀ, ਮਾਤ ਕਹਿ ਸੁਤ ਮੇਰਾ। ਨਚਾਉਂਦੇ ਸੀ ਤੈਨੂੰ, ਮਾਤਾ ਕਹਿੰਦੀ ਇਹ ਮੇਰਾ ਪੁੱਤਰ ਹੈ। ਇੱਦਾਂ ਕਰਕੇ ਤੈਨੂੰ ਪ੍ਰੇਮ ਕਰਦੇ ਸਨ। ਚੇਤ ਅਚੇਤ ਗੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਇਹ ਅਚੇਤ ਮਨ ਵਾਹਿਗੁਰੂ ਨੂੰ ਚੇਤੇ ਕਰ। ਅੰਤ ਵੇਲੇ ਤੇਰਾ ਕੋਈ ਸੰਬੰਧੀ ਨਹੀਂ ਹੋਵੇਗਾ। ਜਦੋਂ ਅੰਤ ਆਇਆ, ਵਿਪਤ ਪਰੀ ਸਭ ਹੀ ਸੰਸਾਰਤ, ਕੋ ਨਾ ਆਵਤ ਨੇਰਾ। ਉਸ ਵਕਤ ਕੋਈ ਵੀ ਤੇਰਾ ਆਪਣਾ ਤੇਰੇ ਨਾਲ ਨਹੀਂ ਰਹੇਗਾ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਹੀ ਸੁਖ ਸੇ ਸਭ ਲਾਗਿਓ। ਕੋ ਕਾਹੂ ਕੋ ਨਾਹੀ, ਸਾਰੇ ਆਪੋ ਆਪਣੇ ਪ੍ਰਯੋਜਨ ਨਾਲ ਲੱਗੇ ਹੋਏ ਆ, ਆਪਣਾ ਨਹੀਂ ਤੇਰਾ ਕੋਈ। ਜਿਨ ਰਚ ਰਚਿਆ ਤੁਸੇ ਨਾ ਜਾਣੈ, ਮਨ ਭੀਤਰ ਧਰਿਆ ਗਿਆਨ। ਜਿਹਨੇ ਰਚਿਆ ਹੈ ਤੈਨੂੰ ਵਾਹਿਗੁਰੂ ਨੇ, ਉਹਨੂੰ ਤੂੰ ਯਾਦ ਨਹੀਂ ਕਰਦਾ ਹੈ। ਉਹਨੂੰ ਯਾਦ ਕਰ, ਉਸ 'ਤੇ ਹਮੇਸ਼ਾ ਡੋਰਾਂ ਸੁੱਟ ਆਪਣੀਆਂ। ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ। ਇਸ ਤਰ੍ਹਾਂ ਬਾਲਕ ਅਵਸਥਾ ਵਿੱਚ ਤੂੰ ਵਾਹਿਗੁਰੂ ਨੂੰ ਭੁੱਲ ਗਿਆ ਹੈ। ਉਹ ਵਿਚਾਰਾ ਆਪਾਂ ਅੱਗੇ ਸੁਣਾਂਗੇ, ਜਿਵੇਂ ਜਵਾਨੀ ਵਿੱਚ ਮਨੁੱਖ ਕਿਵੇਂ ਭਟਕਦਾ ਹੈ, ਬੁੱਢੇ ਵੇਲੇ ਵੀ ਮਨੁੱਖ ਕਹਿੰਦਾ ਕੁਝ ਜਿਹੜਾ ਹੈ ਵਾਹਿਗੁਰੂ ਦੂਰ ਹੀ ਹੈ ਹਲੇ। ਉਹ ਸਾਰੀ ਵਾਰਤਾ ਆਪਾਂ ਅੱਗੇ ਸੁਣਾਂਗੇ। ਤੁਸ਼ ਬੁੱਧੀ ਨਾਲ ਸਤਿਗੁਰੂ ਜੀ ਦਾ ਜਸ ਕਰਦੇ ਹਾਂ। ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਧੰਨਵਾਦ ਹੈ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਜਿਨ ਰਚ ਰਚਿਆ ਤੁਸਹਿ ਨ ਜਾਣੈ, ਮਨ ਭੀਤਰ ਕਰ ਧਿਆਨ ਗਿਆਨ। ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ, ਵਿਸਰ ਗਿਆ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।